ਸਿੱਖਾਂ ਨੂੰ ਕਿਉਂ ਮਹਿਸੂਸ ਹੋਇਆ ਕਿ ਸਾਨੂੰ ਵੱਖਰੇ ਮੁਲਕ ਦੀ ਲੋੜ ਹੈ ਜਦੋਂ ਬੜਾ ਲਹੂ ਡੋਲਿਆ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ? ਕਿ ਅਸੀਂ ਕਦੀ ਨਹੀਂ ਸੁਣਿਆ ਸੀ ਕਿ ਕੋਈ ਐਸੀ ਅਲੱਗ ਐਂਟੀਟੀ ਜਾਂ ਐਸੀ ਕੌਮ ਹੈਗੀ ਹੈ ਜਿਹਨੂੰ ਅਸੀਂ ਸਿੱਖ ਜਾਂ ਸਿੱਖ ਸੈਪਰੇਟਿਜ਼ਮ ਦਾ ਜਿਹਨੂੰ ਅਸੀਂ ਨਾਅਰਾ ਦੇ ਸਕਦੇ। ਤੇ ਬਹੁਤ ਸਾਰੇ ਲੋਕ ਅਜੇ ਵੀ ਇਹ ਮੰਨਦੇ ਨੇ ਕਿ ਗੁਲਾਮੀ ਦਾ ਪੀਰੀਅਡ ਜਿਹੜਾ ਸੀਗਾ ਉਹ ਸਿਰਫ ਬ੍ਰਿਟਿਸ਼ ਰਾਜ ਦੀ ਗੁਲਾਮੀ ਸੀਗੀ ਜਿਹੜੀ ਬਾਹਰੋਂ ਆ ਕੇ ਸਾਡੇ ਤੇ ਹੋਈ। ਪੰਜਾਬ ਦੇ ਵਿੱਚ ਉਹ ਲੋਕ ਕਿੰਨੇ ਕੁ ਹੈ ਜਿਹੜੇ ਖਾਲਿਸਤਾਨ ਚਾਹੁੰਦੇ? ਦੈਟ ਇਜ਼ ਏ ਤੁਸੀਂ ਕਹਿ ਰਹੇ ਹੋ 24 ਕੈਰਟ ਗੋਲਡ, ਕਿਉਂਕਿ ਉਹ ਸਾਰੇ ਦੇ ਸਾਰੇ ਮੋਸਟਲੀ ਗਵਰਨਮੈਂਟ ਦੇ ਨਾਲ ਖੜੇ ਆ। पंजाब करा की सिफ्त तेरी है, पंजाब करा की सिफ्त तेरी। संसार दा शायद ही कोई हिस्सा होवे जिथे पंजाब, पंजाबी ते पंजाबीयत दे परचम ना झूलदे होण। पंजाबी जिथे किते भी गए अपनी बोली, सभ्याचार ते अपनी शानामती विरासत अपने नाल लैके गए। गीता दे संदेश ते गुरु साहिबाना दे सिद्धांत ते आशे नूं परनाई पंजाबी कौम संसार भर च लोड़वंदा लई खड़दी, माड़े ते निताणे दी बांह फड़दी, हक सच ते इंसाफ लई हिक ढा के जूझदी, हसदी वसदी मौलदी तरक्कियां दे नवें दर दरवाजे ते दस्तक दे रही है। पंजाबियां दी इसे माणमती दुनिया नूं समर्पित है पंजाबी जगत दा अपना टीवी पंजाबी दुनिया। टीवी पंजाबी दुनिया लई तुहाडा विश्वास ते साथ साडी ताकत है। टीवी पंजाबी दुनिया हर रोज लैके आउंदा है अपनी धरती नाल जुड़े लोकां लई एक विलक्षण प्रोग्राम, मेरी धरती मेरे लोग। टीवी पंजाबी दुनिया, अपनी बोली अपना मान। पंजाब करा की सिफ्त तेरी, शाना दे सब सामान तेरे, जल पौन तेरा हरियाल तेरी, दरिया पर्वत मैदान तेरे। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਮੇਰੀ ਧਰਤੀ ਮੇਰੇ ਲੋਕ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੇਰੇ ਨਾਲ ਜੁੜ ਗਏ ਨੇ ਸਕਰੀਨ ਤੇ ਤੁਸੀਂ ਦੇਖ ਲਿਆ ਡਾਕਟਰ ਸੁਲੇਮਾਨ ਨਾਜ਼ਰੀ। ਉਹਨਾਂ ਨਾਲ ਆਪਾਂ ਕਰਾਂਗੇ ਜੀ ਕੁਝ ਇੱਕ ਗੱਲਾਂ ਬਾਤਾਂ। ਖਾਸ ਕਰਕੇ ਅੱਜ ਜਿਹੜਾ ਅਸੀਂ ਵਿਸ਼ਾ ਚੁਣਿਆ ਉਹ ਚੁਣਿਆ ਖਾਲਿਸਤਾਨ ਦੀ ਮੂਵਮੈਂਟ। ਖਾਲਿਸਤਾਨ ਦੀ ਜਿਹੜੀ ਮੂਵਮੈਂਟ ਚੱਲ ਰਹੀ ਆ ਉਹ ਮੂਵਮੈਂਟ ਕਿੰਨੀ ਕੁ ਸਾਰਥਕ ਆ, ਚੱਲ ਵੀ ਰਹੀ ਹੈ ਜਾਂ ਨਹੀਂ ਚੱਲ ਰਹੀ, ਜਾਂ ਕੁਝ ਇੱਕ ਲੋਕ ਨੇ ਜਿਹੜੇ ਉਹਨੂੰ ਲਗਾਤਾਰ ਜਿੰਦਾ ਰੱਖ ਰਹੇ ਨੇ। ਆਪਾਂ ਲਗਾਤਾਰ ਵੇਖਦੇ ਆਏ ਹਾਂ ਕਿ ਮੂਵਮੈਂਟ ਨੂੰ ਜਿੰਦਾ ਰੱਖਣ ਲਈ ਬਹੁਤ ਕੁਝ ਵੱਖ-ਵੱਖ ਤਰ੍ਹਾਂ ਦੇ ਨਾਅਰੇ ਸਲੋਗਨ ਦਿੱਤੇ ਜਾਂਦੇ ਆ। ਪਿਛਲੇ ਦਿਨਾਂ 'ਚ ਪਿਛਲੇ ਕੁਝ ਸਾਲਾਂ ਤੋਂ ਰੈਫਰੈਂਡਮ 2020 ਦੀ ਗੱਲ ਕੀਤੀ ਜਾ ਰਹੀ ਸੀ। 20 ਲੰਘ ਗਿਆ, 22 ਵੀ ਲੰਘਣ ਨੂੰ ਤਿਆਰ ਬੈਠਾ, ਪਰ ਦੇਖਦੇ ਹਾਂ ਕਿ ਰੈਫਰੈਂਡਮ ਨਾ ਹੋਇਆ। ਜਿਹੜੇ ਰੈਫਰੈਂਡਮ ਨੇ ਇਹਨਾਂ ਦਾ ਵੀ ਇਤਿਹਾਸ ਆਪਣਾ ਹੈ। ਡਾਕਟਰ ਨਾਜ਼ ਕੋਲੋਂ ਜਾਣਾਂਗੇ ਰੈਫਰੈਂਡਮ ਦੁਨੀਆ 'ਚ ਕਿਵੇਂ ਹੁੰਦੇ ਆ, ਉਹਦਾ ਮਤਲਬ ਕੀ ਹੁੰਦਾ, ਕਿਉਂ ਹੁੰਦੇ ਆ ਤੇ ਉਹਨਾਂ ਦਾ ਅਸਰ ਕਿੰਨਾ ਕੁ ਹੁੰਦਾ। ਆਪਾਂ ਦੇਖਿਆ ਸਪੇਨ ਦੇ ਵਿੱਚ ਕੈਟਾਲੋਨੀਆ ਨੂੰ ਲੈ ਕੇ ਪਿੱਛੇ ਰੈਫਰੈਂਡਮ ਹੋਇਆ ਸੀ ਜਿਹਦੇ ਵਿੱਚ ਬਹੁਤ ਗਿਣਤੀ ਲੋਕ, ਹਾਲਾਂਕਿ ਉਹ ਸਰਕਾਰੀ ਰੈਫਰੈਂਡਮ ਸੀਗਾ, ਬਹੁਤ ਗਿਣਤੀ ਲੋਕ ਵੀ ਜਾਣਾ ਚਾਹੁੰਦੇ ਸੀ, ਵੱਖਰੇ ਤੌਰ 'ਤੇ ਕੈਟਾਲੋਨੀਆ ਨੂੰ ਵੱਖਰਾ ਕਰਨਾ ਚਾਹੁੰਦੇ ਸੀ, ਪਰ ਹਕੀਕਤ ਵਿੱਚ ਕੁਛ ਵੀ ਨਹੀਂ ਹੋਇਆ। ਉਹ ਮੂਵਮੈਂਟ ਸਾਰੀ ਦੀ ਸਾਰੀ ਠੁੱਸ ਹੋ ਕੇ ਰਹਿ ਗਈ। ਕੈਨੇਡਾ ਵਿੱਚ ਮੇਰੇ ਖਿਆਲ ਐਟਲੀਸਟ 3 ਵਾਰੀ ਰੈਫਰੈਂਡਮ ਹੋਇਆ ਕਿਊਬੈਕ ਨੂੰ ਲੈ ਕੇ। ਉਹਦੇ ਵਿੱਚ ਖੈਰ ਬਹੁਤ ਗਿਣਤੀ ਕਦੀ ਵੀ ਉਹਨਾਂ ਦੇ ਨਾਲ ਨਹੀਂ ਗਈ, ਉਹ ਡਾਕਟਰ ਸਾਹਿਬ ਦੱਸਣਗੇ ਵਧੇਰੇ ਗੱਲਬਾਤ। ਪਰ ਜਿਹੜਾ ਖਾਲਿਸਤਾਨ ਰੈਫਰੈਂਡਮ ਦਾ ਨਾਅਰਾ ਹੈ ਇਹਦੀ ਕਿੰਨੀ ਕੁ ਸਾਰਥਕਤਾ, ਇਹਦੇ ਬਾਰੇ ਜਾਣਾਂਗੇ। ਇਹ ਕਿਉਂ ਨਾਅਰਾ ਦਿੱਤਾ ਜਾਂਦਾ, ਇਹਦੇ ਪਿੱਛੇ ਕੌਣ-ਕੌਣ ਤਾਕਤਾਂ ਨੇ ਤੇ ਕੀ ਗਰਾਊਂਡ 'ਤੇ ਪੰਜਾਬ ਦੇ ਲੋਕ ਖਾਲਿਸਤਾਨ ਵਾਕਈ ਚਾਹੁੰਦੇ ਨੇ, ਜਾਂ ਕੁਝ ਸਾਡੇ ਕੈਨੇਡਾ ਅਮਰੀਕਾ ਬੈਠੇ ਜਿਵੇਂ ਭਾਰਤ ਦੀ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਕੁਛ ਐਸੇ ਲੋਕ ਨੇ ਜਿਹੜੇ ਬਾਹਰਲੇ ਮੁਲਕਾਂ ਵਿੱਚ ਬੈਠੇ ਇਸ ਮੂਵਮੈਂਟ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿੰਦਾ ਰੱਖ ਰਹੇ ਨੇ। ਦਰ ਹਕੀਕਤ ਇਹ ਮੂਵਮੈਂਟ ਕਿਤੇ ਹੈ ਹੀ ਨਹੀਂ, ਉਹਨਾਂ ਭਾਰਤੀ ਹੁਕਮਰਾਨਾਂ ਦਾ ਇਹ ਮੰਨਣਾ ਹੈ। ਸੋ ਆਪਾਂ ਇਹ ਸਾਰੀਆਂ ਚੀਜ਼ਾਂ ਡਾਕਟਰ ਨਾਜ਼ ਦੇ ਕੋਲੋਂ ਜਾਣਨ ਦਾ ਅਸੀਂ ਯਤਨ ਕਰਾਂਗੇ। ਸੋ ਆਪਣੇ ਦਰਸ਼ਕਾਂ ਦੇ ਨਾਲ ਨਾਲ ਅਸੀਂ ਡਾਕਟਰ ਨਾਜ਼ ਇਹਨਾਂ ਦਾ ਸਵਾਗਤ ਕਰਦੇ ਹਾਂ। ਨੰਬਰ ਡਿਸਪਲੇ ਨਹੀਂ ਹੋਇਆ, ਨੋਟ ਕਰ ਲਓ ਜੇ ਤੁਸੀਂ ਸਾਡੇ ਨਾਲ ਹਿੱਸਾ ਲੈਣਾ ਹੋਵੇ। 905 216 4646 905 216 4646 ਸਾਡਾ ਨੰਬਰ ਹੈ ਜੀ। ਉੱਥੇ ਤੁਸੀਂ ਸਾਡੇ ਨਾਲ ਕਾਲ ਕਰਕੇ ਵਿਚਾਰ ਵਟਾਂਦਰੇ 'ਚ
ਹਿੱਸਾ ਲੈ ਸਕਦੇ ਹੋ। ਡਾਕਟਰ ਸਾਹਿਬ ਤੁਹਾਡਾ ਸਵਾਗਤ ਜੀ। ਆਇਆਂ ਨੂੰ ਡਾਕਟਰ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਨਿੱਘਾ ਸਵਾਗਤ। ਬੜਾ ਕੰਪਲੈਕਸ ਜਿਹਾ ਮਸਲਾ ਹੈ ਸਾਡੇ ਲਈ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਦੋਨਾਂ ਪਹਿਲੂਆਂ ਨੂੰ ਸਾਹਮਣੇ ਰੱਖ ਕੇ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਤੇ ਉੱਤੇ ਗੱਲਬਾਤ ਕਰਾਂਗੇ ਕਿ ਖਾਲਿਸਤਾਨ ਲਈ ਜਿਹੜੀ ਪੰਜਾਬ ਦੀ ਜਦੋਜਹਿਦ ਆ ਉਹਦੀ ਬਾਬਤ ਅਸੀਂ ਕੀ ਕੁਛ ਸੋਚ ਸਕਦੇ ਹਾਂ। ਤੇ ਲੋਕਾਂ ਦੇ ਵਿੱਚ ਸਾਡਾ ਇਹ ਕੋਈ ਪਰਪਸ ਨਹੀਂ ਹੈਗਾ ਕਿ ਅਸੀਂ ਲੋਕਾਂ ਦੇ ਵਿੱਚ ਕੋਈ ਕਿਸੇ ਚੀਜ਼ ਦਾ ਵਿਰੋਧ ਕਰੀਏ, ਪਰ ਇੱਕ ਗੱਲ ਜ਼ਰੂਰ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਦਰਸ਼ਕ ਆ ਉਹ ਇਸ ਗੱਲ ਤੋਂ ਪੂਰੀ ਤੌਰ ਨਾਲ ਵਾਕਫੀਅਤ ਰੱਖਦੇ ਹੋਣ ਕਿ ਕਿੱਥੋਂ ਤੱਕ ਸਾਰਥਕ ਸਿੱਟੇ ਕੱਢ ਸਕਦਾ ਜਾਂ ਕੀ ਕੁਛ ਹੋ ਸਕਦਾ। ਗਿੱਲ ਸਾਹਿਬ, ਤੁਸੀਂ ਹੁਣ ਆਪ ਹੀ ਕੁਐਸਚਨ ਕਰ ਲਓ ਕਿ ਗਾਂ ਹਾਂ ਡਾਕਟਰ ਸਾਹਿਬ, ਆਪਾਂ ਸ਼ੁਰੂਆਤ ਇੱਥੋਂ ਕਰਦੇ ਹਾਂ। ਜਿਹੜਾ ਖਾਲਿਸਤਾਨ ਦਾ ਮਕਸਦ ਹੈ ਜਾਂ ਖਾਲਿਸਤਾਨ ਬਣਾਉਣ ਦੀ ਗੱਲ ਚੱਲੀ 84 ਤੋਂ ਬਾਅਦ, ਇਹ ਆਮ ਲੋਕਾਂ 'ਚ ਆਈ। ਇਸ ਤੋਂ ਪਹਿਲਾਂ ਇੱਕਾ ਦੁੱਕਾ ਗੱਲਾਂ ਚੱਲਦੀਆਂ ਸੀਗੀਆਂ। ਕੁਛ ਲੋਕਾਂ ਨੂੰ ਸਿੱਖ ਹੋਮਲੈਂਡ ਦੇ ਥੱਲੇ ਵੀ ਕੁਛ ਸਮਾਂ ਪਹਿਲਾਂ ਗੱਲਾਂ ਬਾਤਾਂ ਕਰਦੇ ਆਪਾਂ ਸੁਣਿਆ ਸੀ। ਆਪਾਂ ਬਹੁਤ ਉਦੋਂ ਬਚਪਨ ਦੇ ਵਿੱਚ ਸੀਗੇ, ਨਾ ਸਾਨੂੰ ਸਿਆਸੀ ਚੀਜ਼ਾਂ ਦਾ ਪਤਾ ਸੀ ਤੇ ਨਾ ਹੀ ਕੋਈ ਇਸ ਚੀਜ਼ ਦਾ ਪਤਾ ਸੀ ਕਿ ਵੱਖਰੇ ਮੁਲਕ ਦੇ ਕੀ ਅਰਥ ਹੋ ਸਕਦੇ ਆ। ਸੋ ਸਿੱਖ ਹੋਮਲੈਂਡ ਦਾ ਨਾਰਾ ਕਦੀ ਕਦੀ ਅਸੀਂ ਦੀਵਾਰਾਂ 'ਤੇ ਲਿਖਿਆ ਪੜ੍ਹਦੇ ਹੁੰਦੇ ਸੀ ਜਦੋਂ ਅਸੀਂ ਸਕੂਲ ਕਾਲਜ ਦੇ ਦਿਨਾਂ 'ਚ ਜਾਂਦੇ ਸੀ। ਉਹਨਾਂ ਦਿਨਾਂ 'ਚ ਇੱਕ ਖਾਸ ਤੌਰ 'ਤੇ ਗੱਲ ਉਹ ਤੋਂ ਵੀ ਪਹਿਲਾਂ ਜੇ ਥੋੜ੍ਹਾ ਜਿਹਾ ਪਿੱਛੇ ਚੱਲ ਜਾਈਏ, ਜਦੋਂ ਦੇਸ਼ ਦੇ ਵਿੱਚ ਭਾਸ਼ਾ ਦੇ ਆਧਾਰ 'ਤੇ ਸੂਬੇ ਬਣੇ ਅਤੇ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਨੂੰ 2 ਭਾਸ਼ੀ ਸੂਬਾ ਹੀ ਰਹਿਣ ਦਿੱਤਾ ਗਿਆ, ਜਿਹਦੇ ਲਈ ਅਕਾਲੀ ਦਲ ਨੇ ਇੱਕ ਮੂਵਮੈਂਟ ਜਿਹੜੀ ਆ ਉਹ ਆਰੰਭੀ ਸੀਗੀ ਕਿ ਅਸੀਂ ਪੰਜਾਬ ਨੂੰ ਪੰਜਾਬੀ ਭਾਸ਼ਾ ਦਾ ਸੂਬਾ ਬਣਾਉਣ ਲਈ ਵਚਨਬੱਧ ਹੈ ਅਤੇ ਉਹ ਕੰਮ ਕਰਨਾ ਚਾਹੁੰਦੇ ਹਾਂ। ਉਹਦੇ ਪਿੱਛੇ ਉਹਨਾਂ ਦੀ ਆਪਣੀ ਨੀਤੀ ਹੋ ਸਕਦੀ ਆ। ਆਪਾਂ ਅੱਗੇ ਚੱਲ ਕੇ ਡਾਕਟਰ ਸਾਹਿਬ ਨਾਲ ਗੱਲਾਂ ਕਰਾਂਗੇ। ਉਹਨਾਂ ਦਿਨਾਂ 'ਚ ਅਸੀਂ ਸੁਣਿਆ ਕਿ ਜਦੋਂ 47 'ਚ ਵੰਡ ਹੋਈ ਅਤੇ ਭਾਰਤ ਦੇ ਆਗੂਆਂ ਨੇ ਸਿੱਖ ਲੀਡਰਸ਼ਿਪ ਨਾਲ ਕੁਝ ਵਾਅਦੇ ਕੀਤੇ ਸੀ ਕਿ ਅਸੀਂ ਜਦੋਂ ਆਜ਼ਾਦ ਹੋ ਜਾਵਾਂਗੇ ਅਤੇ ਸਾਰੇ ਇਕੱਠੇ ਮਿਲ ਕੇ ਰਿਹਾ ਕਰਾਂਗੇ ਔਰ ਇੱਕ ਖਾਸ ਖਿੱਤਾ ਹੋਏਗਾ ਜਿੱਥੇ ਸਿੱਖ ਬਹੁ ਗਿਣਤੀ ਦੀ ਜਿਹੜੀ ਵਸੋਂ ਹੈ ਉਹਦਾ ਆਦਰ ਸਨਮਾਨ ਕਰਦਿਆਂ ਹੋਇਆਂ ਉਹਨਾਂ ਨੂੰ ਆਜ਼ਾਦੀ ਦਾ ਪੂਰਾ ਨਿੱਘ ਮਾਣਨ ਦਾ ਮੌਕਾ ਮਿਲੇਗਾ। ਬਹੁਤ ਸਾਰੇ ਅਕਾਲੀ ਲੀਡਰਸ਼ਿਪ ਨੂੰ ਬਹੁਤ ਜਲਦੀ ਅਹਿਸਾਸ ਹੋ ਗਿਆ ਕਿ ਸਾਨੂੰ ਉਹ ਆਜ਼ਾਦੀ ਨਸੀਬ ਨਹੀਂ ਹੋਈ ਜਿਹਦਾ ਅਸੀਂ ਸੁਪਨਾ ਲੈਂਦੇ ਸੀਗੇ। ਪਤਾ ਨਹੀਂ ਆਜ਼ਾਦੀ ਦੀ ਲੜਾਈ ਵੇਲੇ ਬਹੁਤ ਸਾਰਾ ਲਿਟਰੇਚਰ ਹੁਣ ਅਵੇਲੇਬਲ ਹੈ ਸਾਡੇ ਕੋਲ, ਆਪਾਂ ਗੱਲਾਂ ਬਾਤਾਂ ਡਾਕਟਰ ਸਾਹਿਬ ਨਾਲ ਵੀ ਕਰਾਂਗੇ ਕਿ ਜਦੋਂ ਪਾਰਟੀਸ਼ਨ ਹੋਈ ਮੈਂ ਕਾਫੀ ਸਾਰੀਆਂ ਬਟਵਾਰੇ ਦੇ ਉੱਤੇ ਕਿਤਾਬਾਂ ਪੜ੍ਹੀਆਂ, ਖਾਸ ਕਰਕੇ ਕਿਰਪਾਲ ਸਿੰਘ ਹੋਰਾਂ ਦੀ ਕਿਤਾਬ ਹੈਗੀ ਆ ਪੰਜਾਬ ਦਾ ਬਟਵਾਰਾ ਤੇ ਸਿੱਖ। ਉਹਨਾਂ ਨੇ ਵੱਖ-ਵੱਖ ਜਿਹੜੇ ਅੰਗਰੇਜ਼ ਉਸ ਸਮੇਂ ਦੇ ਹਕੂਮਤ 'ਚ ਰਹੇ ਸੀਗੇ ਉਹਨਾਂ ਨਾਲ 60, 61, 62, 65 ਦੇ ਵਿੱਚ ਜਾ ਕੇ ਮੁਲਾਕਾਤਾਂ ਕੀਤੀਆਂ ਅਤੇ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕੀਤੀ ਦਰਅਸਲ ਉਹਨਾਂ ਸਮਿਆਂ 'ਚ ਗੱਲ ਚੱਲਦੀ ਕੀ ਸੀ। ਸੋ ਕਈ ਤਰ੍ਹਾਂ ਦੇ ਇਹਦੇ ਭੰਬਲ ਭੂਸੇ ਅਜੇ ਵੀ ਬਰਕਰਾਰ ਹੈ। ਕੁਝ ਲੋਕ ਕਹਿੰਦੇ ਕਿ ਸਿੱਖ ਲੀਡਰਸ਼ਿਪ ਕਮਜ਼ੋਰ ਸੀ ਕਿ ਉਹ ਤਾਂ ਕਰਕੇ ਵੱਖਰੀ ਸਟੇਟ ਨਾ ਲੈ ਸਕੇ। ਕੁਝ ਲੋਕ ਕਹਿੰਦੇ ਆ ਕਿ ਨਹੀਂ ਸਾਡੀ ਗਿਣਤੀ ਇੰਨੀ ਥੋੜ੍ਹੀ ਸੀ। ਇੱਥੋਂ ਸ਼ੁਰੂ ਕਰ ਲੈਂਦੇ ਹਾਂ ਡਾਕਟਰ ਸਾਹਿਬ ਵੀ ਸਿੱਖਾਂ ਨੂੰ ਕਿਉਂ ਮਹਿਸੂਸ ਹੋਇਆ ਕਿ ਸਾਨੂੰ ਵੱਖਰੇ ਮੁਲਕ ਦੀ ਲੋੜ ਹੈ ਜਦੋਂ ਬੜਾ ਲਹੂ ਡੋਲਿਆ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਲਈ। ਪੰਜਾਬੀਆਂ ਨੂੰ ਮੈਂ ਸ਼ਬਦ ਵਰਤਾਂ, ਸਿੱਖ ਸ਼ਬਦ ਮੈਂ ਨਹੀਂ ਵਰਤਦਾ ਬਹੁਤਾ ਕਿਉਂਕਿ ਪੰਜਾਬੀ ਸਾਰੇ ਸਾਡਾ ਖਾਸਾ ਇੱਕੋ ਹੀ ਆ। ਕੋਈ ਪੱਗ ਬੰਨ੍ਹ ਲੈਂਦਾ, ਕੋਈ ਨਹੀਂ ਬੰਨ੍ਹ ਲੈਂਦਾ, ਕਿਸੇ ਦੇ ਨਾਮ ਨਾਲ ਰਾਮ ਲੱਗਾ ਅਤੇ ਕਿਸੇ ਦੇ ਨਾਮ ਨਾਲ ਕੋਈ ਹੋਰ ਲੱਗਾ ਹੋ ਸਕਦਾ, ਸਿੱਖ ਲੱਗਾ, ਸਿੰਘ ਲੱਗਾ ਹੋ ਸਕਦਾ, ਜਾਂ ਕਿਸੇ ਦੇ ਨਾਮ ਨਾਲ ਸੁਲਮਨ ਨਾਜ ਹੋ ਸਕਦਾ, ਪਰ ਸਾਰੇ ਅਸੀਂ ਪੰਜਾਬੀ ਜਿਹੜੇ ਆ ਇੱਕੋ ਮਿੱਟੀ, ਇੱਕੋ ਖੂਨ, ਇੱਕੋ ਚੀਜ਼ ਦੇ ਬਣੇ ਹੋਏ ਆ। ਸੋ ਕਿਉਂ ਪੰਜਾਬੀਆਂ ਨੂੰ ਮਹਿਸੂਸ ਹੋਇਆ ਕਿ ਸਾਨੂੰ ਆਜ਼ਾਦੀ ਦਾ ਉਹ ਨਿੱਘ ਨਹੀਂ ਮਿਲਿਆ ਜਿਹੜਾ ਆਜ਼ਾਦੀ 'ਚ ਮਿਲਣਾ ਚਾਹੀਦਾ? ਅਸਲ ਵਿੱਚ ਗਿੱਲ ਸਾਹਿਬ ਮੈਂ ਜ਼ਰਾ ਥੋੜ੍ਹਾ ਜਿਹਾ ਹੋਰ 47 ਤੋਂ ਪਹਿਲੋਂ ਦਾ ਵੀ ਜਿਹੜਾ ਇਤਿਹਾਸ ਦੇਖਦਾ, ਗਦਰੀ ਬਾਬਿਆਂ ਦਾ ਵੀ, ਅਤੇ ਇਸ ਸੰਘਰਸ਼ ਦੇ ਵਿੱਚ ਆਜ਼ਾਦੀ ਲੈਣ ਲਈ ਜਿਹੜੀ ਕੰਟਰੀਬਿਊਸ਼ਨ ਆ ਸਿੱਖ ਕੌਮ ਦੀ, ਉਹ ਸਾਰੇ ਹਿੰਦੁਸਤਾਨ 'ਚ ਕਿਸੇ ਦੀ ਨਹੀਂ। ਸ਼ਹੀਦੀਆਂ ਪਾਉਣ ਦੀ ਅਤੇ ਸੰਘਰਸ਼ ਲੜਨ ਦੀ ਜਿਹੜੀ ਸਿੱਖ ਕੌਮ ਦੀ ਕੰਟਰੀਬਿਊਸ਼ਨ ਆ ਉਹਦੇ ਬਰਾਬਰ ਕੋਈ ਬੰਦੇ ਦੀ ਹੋਰ ਹੈ ਨਹੀਂ। ਪਰ ਪੋਜੀਸ਼ਨ ਇਹ ਆ, ਮੈਂ ਇੱਕ ਮਿਸਾਲ ਦਿੰਦਾ ਕਿ ਡਿਪਟੀ ਕਮਿਸ਼ਨਰ ਜਲੰਧਰ ਦੇ ਇੱਕ ਪ੍ਰਿੰਸੀਪਲ ਸੈਕਟਰੀ ਹੁੰਦੇ ਸੀਗੇ ਮੇਰੇ ਕੋਲ, ਹੁਣ ਤਾਂ ਵਿਚਾਰੇ ਚਲੇ ਗਏ, ਸੁਰਗਵਾਸ ਹੋ ਗਏ। ਉਹ ਭੰਡਾਰੀ ਸਾਹਿਬ ਉਹਨਾਂ ਦਾ ਨਾਂ ਸੀ ਅਤੇ ਉਹ ਪਠਾਨ ਜਿਹੜਾ ਪਖਤੂਨਿਸਤਾਨ ਉਸ ਏਰੀਏ ਤੋਂ ਆਏ ਸੀ।
ਹਿੰਦੂ ਸੀਗੇ, ਹਿੰਦੂ ਜੈਂਟਲਮੈਨ, ਪਰ ਉਹ ਕਹਿੰਦੇ ਸੀ ਅਸੀਂ ਵੱਡੇ ਲੜਕੇ ਦਾ ਹਮੇਸ਼ਾ ਸਵਾਗਤ ਕਰਦੇ ਤੇ ਉਹਨੂੰ ਅਸੀਂ ਕੇਸਧਾਰੀ ਸਿੱਖ ਬਣਾ ਕੇ ਰੱਖਦੇ ਹਾਂ ਕਿ ਇਹ ਸਾਡਾ ਯੋਧਾ। ਮੇਰਾ ਮਤਲਬ 1947 ਤੋਂ ਲੈ ਕੇ ਔਨਵਰਡ ਕਹਿਣ ਦਾ ਇਹ ਆ ਕਿ ਅਸੀਂ ਕਦੀ ਨਹੀਂ ਸੁਣਿਆ ਸੀ ਕਿ ਕੋਈ ਐਸੀ ਅਲੱਗ ਐਂਟਿਟੀ ਜਾਂ ਐਸੀ ਕੌਮ ਹੈਗੀ ਹੈ ਜਿਹਨੂੰ ਅਸੀਂ ਸਿੱਖ ਜਾਂ ਸਿੱਖ ਸੈਪਰੇਟਿਜ਼ਮ ਦਾ ਜਿਹਨੂੰ ਅਸੀਂ ਨਾਅਰਾ ਦੇ ਸਕਦੇ। ਪਰ ਮੈਂ ਇਸ ਗੱਲ ਦੇ ਉੱਤੇ ਪੂਰੀ ਤੌਰ ਨਾਲ ਮੈਂ ਸਟੱਡੀ ਵੀ ਕੀਤਾ ਇਸ ਦੇ ਉੱਤੇ ਕਿ ਜਦੋਂ 1947 ਦੇ ਵਿੱਚ ਵੰਡ ਹੋਈ ਆ ਤੇ ਉਦੋਂ ਜਿਹੜੀ ਲਿਖਤ ਸਾਡੇ ਸਾਹਮਣੇ ਗੋਰਿਆਂ ਦੀ ਉਹ ਇਹ ਸੀ ਕਿ ਪੰਜਾਬ ਦੀ ਕਿਉਂਕਿ ਵੰਡ ਹੋ ਰਹੀ ਆ, ਉਹਨਾਂ ਨੇ ਇਹ ਲਿਖਿਆ ਸੀ ਕਿ ਆਉਣ ਵਾਲੇ ਵਕਤ ਦੇ ਵਿੱਚ ਸਿੱਖਾਂ ਨੂੰ ਇੱਕ ਸਪੈਸ਼ਲ ਆਈਡੈਂਟਿਟੀ ਦਿੱਤੀ ਜਾਏ ਤੇ ਉਹਨਾਂ ਦੇ ਹੱਕ ਮਹਿਫੂਜ਼ ਕੀਤੇ ਜਾਣ। ਪਰ ਜਿਹੜੀ ਸਾਡੀ ਲੀਡਰਸ਼ਿਪ ਸੀ ਉਹ ਉਸ ਵਕਤ ਮਾਸਟਰ ਤਾਰਾ ਸਿੰਘ ਹੁਰੀ ਤੇ ਐਨਕੋ ਜਿਹੜੇ ਵੀ ਉਹਨਾਂ ਦੇ ਨਾਲ ਸੀ, ਉਹ ਇਹ ਸੀ ਕਿ ਉਹ ਇਹ ਚਾਹੁੰਦੇ ਸੀ ਕਿ ਅਸੀਂ ਹਿੰਦੂ ਹਾਂ ਤੇ ਅਸੀਂ ਹਿੰਦੂਆਂ ਦੇ ਨਾਲ। ਹੁਣ ਉਹਦੇ ਵਿੱਚ ਜਿਹੜੀ ਸਾਨੂੰ ਸੱਟ ਲੱਗੀ ਸਿੱਖ ਕੌਮ ਨੂੰ ਉਹ ਇਹ ਹੋਈ ਕਿ ਉਹਨਾਂ ਦੇ ਨਾਲ ਉਹ ਜਿਹੜੇ ਵਾਅਦੇ ਸੀ ਉਹ ਪੂਰੇ ਨਾ ਹੋਏ। ਅਲਟੀਮੇਟਲੀ ਜਿਹੜਾ ਸਲੂਕ ਗਾਂ ਪੰਜਾਬ ਨਾਲ ਹੁੰਦਾ ਰਿਹਾ, ਮੈਂ ਮਿਸਾਲਾਂ ਦੂੰਗਾ ਇੱਕ ਦੋ। ਮਿਸਾਲ ਦੇ ਤੌਰ ਤੇ ਜਦੋਂ ਅੱਛੇ ਇੰਪਰੂਵਡ ਸੀਟਸ ਦੀ ਗੱਲ ਆਉਂਦੀ ਸੀ ਤਾਂ ਉਹ ਵੀ ਯੂਪੀ ਨੂੰ ਦਿੱਤਾ ਜਾਂਦਾ ਸੀ ਵਧੇਰੇ ਕਿਉਂਕਿ ਉਹ ਸਭ ਤੋਂ ਵੱਡਾ ਸੂਬਾ ਰਹਿ ਗਿਆ ਸੀ। ਤੇ ਪੰਜਾਬ ਗਾਂ ਜਿਹੜਾ ਸੀ ਉਹਦੇ ਵੀ ਗਾਂ ਟੁੱਟੇ ਹੋ ਗਏ। ਅਸੀਂ ਪੰਜਾਬੀ ਸੂਬੇ 'ਚ ਅੜ ਗਏ ਕਿ ਪੰਜਾਬੀ ਸੂਬੇ ਦਾ ਅਰਥ ਹੈ ਕਿ ਸ਼ਾਇਦ ਸਾਡੀ ਆਈਡੈਂਟਿਟੀ ਕਬੂਲ ਕਰਨਗੇ, ਉਹ ਨਹੀਂ ਹੋਈ। ਉਹਨਾਂ ਨੇ ਪੰਜਾਬੀ ਬੋਲਣ ਦੇ ਆਧਾਰ ਤੇ ਇੱਕ ਸੂਬਾ ਕਾਇਮ ਕਰ ਦਿੱਤਾ ਜਿਹਦੇ 'ਚ 5-7 ਜ਼ਿਲ੍ਹੇ ਰੱਖ ਦਿੱਤੇ। ਇੱਕ ਉਹਦੇ 'ਚੋਂ ਤੋੜ ਕੇ ਹਰਿਆਣਾ ਬਣਾਤਾ ਤੇ ਇੱਕ ਹਿਮਾਚਲ ਪ੍ਰਦੇਸ਼ ਬਣਾਤਾ। ਇੱਕ ਤਾਂ ਅੱਧਾ ਸੂਬਾ ਪਹਿਲੋਂ ਵੰਡਿਆ ਗਿਆ, ਮੁੜ ਕੇ ਫੇਰ 3 ਟੋਟੇ ਹੋ ਗਏ। ਗਾਂ ਇਹ ਰਹਿ ਗਿਆ ਕਿ ਜਿਹੜਾ ਪਾਣੀ ਜਿੰਨਾ ਵੀ ਉਹ ਸਤਲੁਜ ਤੇ ਰਾਵੀ ਬਿਆਸ ਦੇ ਵਿੱਚੋਂ ਜਿੰਨਾ ਨਿਕਲਦਾ ਸੀ ਪਾਣੀ ਸਾਡੇ ਵੱਲ ਨੂੰ ਆ ਰਿਹਾ ਸੀ, ਉਹਦੇ ਵਿੱਚੋਂ ਭਾਖੜਾ ਡੈਮ ਬਣਨ ਦੇ ਬਾਅਦ ਵੀ ਉਹ ਹੋਇਆ ਇਹ ਕਿ ਉਹਦੇ 'ਚੋਂ ਮੁਸ਼ਕਿਲ ਨਾਲ 23% ਪਾਣੀ ਜਿਹੜਾ ਸੀ ਉਹ ਸਾਡੇ ਲਈ ਇਸਤੇਮਾਲ ਹੁੰਦਾ ਸੀ। ਬਾਕੀ ਦਾ ਸਾਰਾ ਪਾਣੀ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਹੁੰਦਾ ਸੀ। ਜਦੋਂ ਇਹਦੇ ਲਈ ਮੂਵਮੈਂਟ ਰੱਖੀਆਂ ਗਈਆਂ ਤਾਂ ਬੜੀ ਬੇਇਨਸਾਫੀ ਦੇ ਨਾਲ ਕੁਚਲੀਆਂ ਗਈਆਂ, ਜਿਹਦਾ ਰਿਜ਼ਲਟ ਇਹ ਨਿਕਲਿਆ ਕਿ ਪੰਜਾਬ ਦਾ ਇੱਕ ਰਿਐਕਸ਼ਨ ਪੈਦਾ ਹੋ ਗਿਆ ਕਿ ਜਿਹੜਾ ਬਾਕੀ ਸੈਂਟਰਲ ਗਵਰਨਮੈਂਟ ਦਾ ਸਾਡੇ ਨਾਲ ਸਲੂਕ ਆ ਉਹ ਇੱਕ ਇਨਸਾਫ ਪਸੰਦੀ ਵਾਲਾ ਨਹੀਂ ਆ। ਸਾਨੂੰ ਮੁਤਰਿਆਂ ਵਾਂਗੂ ਸਾਡੇ ਨਾਲ ਸਲੂਕ ਕੀਤਾ ਜਾਂਦਾ। ਇੰਪਰੂਵ ਸੀਟਸ ਦੇ ਵਿੱਚ ਵੀ ਸਾਨੂੰ ਨਹੀਂ ਦਿੱਤੇ ਜਾਂਦੇ ਉਹਨੇ ਜਿੰਨੇ ਯੂਪੀ ਨੂੰ ਦਿੱਤੇ ਜਾਂਦੇ। ਸੈਕੰਡ ਇਹ ਕਿ ਆਉਣ ਵਾਲੇ ਘੱਟੋ ਘੱਟ ਵੀ 15 ਸਾਲ ਤੱਕ 1947 ਤੋਂ ਲੈ ਕੇ ਪੰਜਾਬ ਅਸਲ ਦੇ ਵਿੱਚ ਸਾਰੇ ਹਿੰਦੁਸਤਾਨ ਦਾ ਅੰਨਦਾਤਾ ਹੀ ਸੀ। ਮੇਰਾ ਮਤਲਬ ਕਹਿਣ ਦਾ ਇਹ ਕਿ ਅੰਨਦਾਤਾ ਹੋਣ ਦੇ ਬਾਵਜੂਦ ਵੀ ਉਹਦੇ ਨਾਲ ਜੇ ਮਤਰੇਈ ਦਾ ਸਲੂਕ ਕੀਤਾ ਜਾਵੇ ਤੇ ਇੱਕ ਨੈਚੁਰਲ ਐਸਪੈਕਟ ਬਣਦਾ ਸੀ ਕਿ ਉਹਦੇ ਵਿੱਚ ਮੂਵਮੈਂਟਾਂ ਉੱਠਣ ਜਿਹੜੀਆਂ ਗਵਰਨਮੈਂਟ ਦੇ ਖਿਲਾਫ। ਮੈਂ ਇਹ ਬੜੀ ਸਫਾਈ ਨਾਲ ਕਹਿਣਾ ਚਾਹੁੰਦਾ ਕਿ ਇਹ ਮੂਵਮੈਂਟ ਐਸੀਆਂ ਸੀਗੀਆਂ ਜਿਨ੍ਹਾਂ ਨੇ ਅਲਟੀਮੇਟਲੀ ਉਹ ਸ਼ਕਲ ਲੈ ਲਈ ਜਿਹਦੇ 'ਚ ਉਹਨਾਂ ਦਾ ਉਹ ਪੁਰਾਣਾ ਨਾਰਾ ਜਿਹੜਾ ਸੀ ਸੈਪਰੇਟਿਸਟ ਮੂਵਮੈਂਟ ਦਾ ਉਹ ਸਾਹਮਣੇ ਆਇਆ। ਗਾਂ ਆਉਣ ਦੇ ਵਿੱਚ ਗਾਂ 80s ਦੇ ਵਿੱਚ ਸਿਚੁਏਸ਼ਨ ਜਿਹੜੀ ਹੋਈ ਉਹ ਇਹ ਹੋਈ ਕਿ ਅਲਟੀਮੇਟਲੀ ਉਹ ਇੰਨੀ ਸਟਰੋਂਗ ਹੋ ਗਈ ਮੂਵਮੈਂਟ ਕਿ ਉਹ ਲੀਡਰਸ਼ਿਪ ਜਿਹੜੀ ਭਿੰਡਰਾਂ ਵਾਲੇ ਜਾਂ ਉਹਨਾਂ ਦੇ ਨਾਲ ਦੇ ਸਾਥੀਆਂ ਦੀ ਨਿਕਲੀ ਜਿਨ੍ਹਾਂ ਨੇ ਬਿਲਕੁਲ ਕੈਟੇਗੋਰੀਕਲੀ ਕਹਿ ਦਿੱਤਾ ਕਿ ਜਿਹੜਾ ਸਾਡੇ ਨਾਲ ਸਲੂਕ ਕੀਤਾ ਜਾ ਰਿਹਾ ਇਹਦਾ ਮਤਲਬ ਕਿ ਅਸੀਂ ਹਿੰਦੁਸਤਾਨ ਦੇ ਨਹੀਂ ਤੇ ਅਸੀਂ ਹਿੰਦੁਸਤਾਨ ਤੋਂ ਅਲੱਗ ਹੋਣਾ ਚਾਹੁੰਦੇ। ਔਰ ਉਹ ਸਾਰੇ ਵਾਅਦੇ ਜਿਹੜੇ ਗਵਰਨਮੈਂਟ ਨੇ ਕੀਤੇ ਸੀ ਜਿਹੜੇ ਉਹ ਜਿਹੜੇ ਸੀ ਉਹ ਨਲ ਐਂਡ ਵਾਇਡ ਹੋ ਗਏ। ਅਲਟੀਮੇਟਲੀ 1984 ਦੇ ਆਉਣ ਤੁਹਾਨੂੰ ਪਤਾ ਹੀ ਹੈ ਕਿ ਕੀ ਮਤਲਬ ਹਾਲਾਤ ਹੋਏ। ਉਸ ਵੇਲੇ ਮੈਨੂੰ ਅਪੁਆਇੰਟ ਤਾਂ ਟੈਲੀਗ੍ਰਾਫ ਨੇ ਕੀਤਾ ਸੀ ਐਜ਼ ਅ ਜਰਨਲਿਸਟ ਅੰਮ੍ਰਿਤਸਰ ਲਈ, ਪਰ ਮੇਰੀ ਸਿਕਿਉਰਿਟੀ ਲਈ ਉਹਨਾਂ ਨੇ ਮਹਿਸੂਸ ਕੀਤਾ ਕਿ ਮੈਂ ਦਿੱਲੀ 'ਚ ਤਾਇਨਾਤ ਰਹਾਂ ਤੇ ਦਿੱਲੀ ਦੇ ਵਿੱਚ ਪਰ ਮੈਂ ਉਹ ਸਾਰਾ ਸਾਕਾ ਜਿਹੜਾ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਉਹ ਮੈਂ ਠੀਕ ਹੈ ਮੈਂ ਮਹਿਫੂਜ਼ ਸੀ ਪਰ ਮੇਰੇ ਦਿਲ 'ਚ ਦਰਦ ਜ਼ਰੂਰ ਸੀ ਉਸ ਕੌਮ ਦਾ ਜਿਹਦੇ ਨਾਲ ਇਹ ਸਾਰਾ ਕੁਝ ਹੋ ਰਿਹਾ। ਤੇ ਇੱਥੋਂ ਤੱਕ ਕਿ ਸਭ ਤੋਂ ਵੱਡਾ ਦਰਦ ਇਹ ਕਿ ਜਿਹੜਾ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਉਹਨੇ ਇਸ ਆਈਡੀਓਲੋਜੀ ਨੂੰ ਬਿਲਕੁਲ ਮਜ਼ਬੂਤ ਕਰ ਦਿੱਤਾ। ਜਿਹੜੇ ਲੋਕ ਖਾਲਿਸਤਾਨ ਦੇ ਹੱਕ ਵਿੱਚ ਵੀ ਨਹੀਂ ਸੀ ਉਹ ਵੀ ਉਹਨਾਂ ਦੇ ਨਾਲ ਲਾਮਬੰਦ ਹੋ ਗਏ ਕਿ ਦੇਖੋ ਯਾਰੋ ਸਾਡਾ ਸਭ ਤੋਂ ਵੱਡਾ ਮੱਕਾ
ਜਾਂ ਸਾਡੇ ਧਰਮ ਦਾ ਸਥਾਨ ਉਹ ਆ ਜਿਹਦੇ ਉੱਤੇ ਬੰਬਾਰਡਮੈਂਟ ਕੀਤੀ ਗਈ ਔਰ ਟੈਂਕਾਂ ਦੇ ਨਾਲ ਹਮਲੇ ਕੀਤੇ ਗਏ। ਤੇ ਹਾਲਾਂਕਿ ਇਹ ਕਾਨੂੰਨੀ ਤੌਰ ਤੇ ਵਾਜਬ ਨਹੀਂ ਸੀ ਕਿ ਇੱਕ ਕੌਮ ਜਿਹੜੀ ਆ ਆਪਣੀ ਇੱਕ ਨੇਸ਼ਨ ਜਿਹੜੀ ਆ ਆਪਣੇ ਨੈਸ਼ਨਲਸ ਦੇ ਉੱਤੇ ਬੰਬਾਂ ਦੇ ਨਾਲ, ਬਾਰੂਦ ਦੇ ਨਾਲ, ਟੈਂਕਾਂ ਦੇ ਨਾਲ, ਤੋਪਾਂ ਦੇ ਨਾਲ ਹਮਲਾ ਕਰਨ। ਮੇਰਾ ਖਿਆਲ ਹੈ ਕਿ ਇਸ ਚੀਜ਼ ਨੇ ਇੱਕ ਬਹੁਤ ਵੱਡੀ ਮੂਵਮੈਂਟ ਕ੍ਰੀਏਟ ਕੀਤੀ ਔਰ ਉਹ ਤੋਂ ਤੁਸੀਂ ਚੰਗੀ ਤਰ੍ਹਾਂ ਵਾਕਿਫ ਹੈ ਕਿ ਜਿੰਨੇ ਕੁ ਲੋਕ ਹਾਲਾਤ ਉਹਦੇ ਵਿੱਚ ਹਲਾਕ ਹੋਏ, ਮਾਰੇ ਗਏ। ਇੱਥੋਂ ਤੱਕ ਕਿ ਦਿੱਲੀ ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤੇ ਉਹਦੇ ਬਾਅਦ ਜਿਹਨੂੰ ਅਸੀਂ ਜੈਨੋਸਾਈਡ ਕਹਿੰਦੇ ਹਾਂ, ਉਹ ਇੱਕ ਜੈਨੋਸਾਈਡ ਵਾਂਗੂ ਸਾਡੇ ਸਾਹਮਣੇ ਉੱਭਰ ਕੇ ਆਇਆ। ਬੇਸ਼ੱਕ ਲੋਕ ਉਹਨੂੰ ਜਾਂ UN ਕਬੂਲ ਨਹੀਂ ਕਰਦਾ ਅਜੇ ਤੱਕ ਵੀ, ਪਰ ਉਹ ਇਸ ਜੈਨੋਸਾਈਡ ਤੋਂ ਘੱਟ ਕਿਸੇ ਦਰਜੇ ਤੇ ਵੀ ਨਹੀਂ ਸੀ। ਤੇ ਮੈਂ ਮਹਿਸੂਸ ਕਰਦਾ ਕਿ ਇਸ ਮੂਵਮੈਂਟ ਨੂੰ ਅਲੱਗ ਸੈਪਰੇਟ ਆਈਡੈਂਟਿਟੀ ਕਬੂਲ ਕਰਨ ਲਈ ਇੱਕ ਅਲੱਗ ਥੱਕ ਮੁਲਕ ਬਣਾਉਣ ਦੇ ਵਿੱਚ ਇਹਦੇ ਵਿੱਚ ਹਿੰਦੂਤਵਾ ਦਾ ਜਾਂ ਉਹ ਜਿਹੜੀਆਂ ਗਵਰਨਮੈਂਟਾਂ ਸੀ, ਬੇਸ਼ੱਕ ਉਹ ਕਾਂਗਰਸ ਦੀ ਸੀ ਜਾਂ BJP ਦੀ ਸੀ, ਉਹਨਾਂ ਦਾ ਇੱਕ ਬਹੁਤ ਵੱਡਾ ਹੱਥ ਹੈ। ਉਹਦੇ ਨਾਲ ਇਹ ਹੋਇਆ ਕਿ ਮੈਂ ਮਹਿਸੂਸ ਕਰਦਾ ਕਿ ਜਿਹੜੀ ਸਿੱਖ ਕੌਮ ਦਾ ਬਲਬੂਤਾ ਸੀ, ਤਾਕਤ ਸੀ, ਉਹਨੂੰ ਇਹ ਕਹਿ ਲਓ ਕਿ ਹਰਿਆਣੇ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਦੇ ਤਰੀਕੇ ਦੇ ਵਿੱਚ ਵੰਡ ਕੇ ਉਹਨਾਂ ਨੂੰ ਬਹੁਤ ਵੱਡੀ ਸੱਟ ਮਾਰੀ ਹੈ। ਥੈਂਕ ਯੂ ਜੀ। ਅੱਛਾ ਡਾਕਟਰ ਸਾਹਿਬ, ਆਪਾਂ ਨੂੰ ਸ਼ਾਇਦ ਮਹਿਸੂਸ ਹੁੰਦਾ ਹੈ ਕਿ ਜਿਹੜਾ 84 ਵਾਲਾ ਐਪੀਸੋਡ ਹੋਇਆ ਉਦੋਂ ਤੋਂ ਲੈ ਕੇ ਜਿਹੜੀ ਆ ਪੰਜਾਬੀਆਂ ਦੇ ਮਨ ਵਿੱਚ ਜ਼ਿਆਦਾ ਨਾਰਾਜ਼ਗੀ ਉਤਪੰਨ ਹੋਈ। ਪਰ ਜਿਵੇਂ ਤੁਸੀਂ ਇਤਿਹਾਸਕ ਵਰਕੇ ਫੋਲਦਿਆਂ ਪਿੱਛੇ ਗਏ ਹੋ ਤੇ ਕਹਿੰਦੇ ਹੋ ਕਿ ਆਜ਼ਾਦੀ ਤੋਂ ਪਹਿਲਾਂ ਸਿੱਖ ਲੀਡਰਸ਼ਿਪ ਇਹ ਮਹਿਸੂਸ ਕਰਦੀ ਸੀ, ਤੁਸੀਂ ਇਹ ਦੱਸਣ ਦਾ ਯਤਨ ਕੀਤਾ ਕਿ ਹਿੰਦੂ ਘਰ ਦਾ ਪਹਿਲਾ ਬੱਚਾ ਸਿੱਖ ਬਣਾਇਆ ਜਾਂਦਾ ਸੀਗਾ, ਕੋਈ ਭਲਿਆਂ ਸਮਿਆਂ ਦੀ ਗੱਲ ਹੈ। ਤੇ ਜਿਹੜਾ ਸਿੱਖ ਸੀਗਾ ਉਹ ਆਪਣੇ ਆਪ ਨੂੰ ਹਿੰਦੂ ਧਰਮ ਦਾ ਪਾਰਟ ਸਮਝਦਾ ਸੀਗਾ। ਜਿਹੜਾ ਇੱਕ ਮੁੱਦਾ ਆਇਆ ਸਿੱਖ ਇੱਕ ਵੱਖਰੀ ਕੌਮ, ਇਹ ਮੈਨੂੰ ਲੱਗਦਾ ਹੈ ਕਿ ਧਰਮ ਯੁੱਧ ਮੋਰਚੇ ਵੇਲੇ ਬੜੇ ਜ਼ੋਰ ਸ਼ੋਰ ਨਾਲ ਉੱਭਰਿਆ ਤੇ ਕੌਮ ਤੇ ਕੌਮੀਅਤਾਂ ਦਾ ਕਨਸੈਪਟ ਜਿਹੜਾ ਆ ਉਹਦਾ ਭੰਬਲ ਭੂਸਾ ਮੈਨੂੰ ਅਜੇ ਵੀ ਬਰਕਰਾਰ ਲੱਗਦਾ ਹੈ ਕਿ ਕੌਮ ਦੇ ਲਈ ਕਿਹੜੀ ਕਿਹੜੀ ਚੀਜ਼ ਹੋਣੀ ਜ਼ਰੂਰੀ ਆ। ਵੱਖਰਾ ਧਰਮ ਇਕੱਲਾ ਜਿਹੜਾ ਉਹ ਕੌਮ ਬਣਾਉਂਦਾ ਹੈ, ਜਾਂ ਕੋਈ ਵੱਖਰਾ ਸੱਭਿਆਚਾਰ ਮਿਲ ਕੇ ਕੌਮ ਬਣਾਉਂਦਾ, ਜਾਂ ਕੋਈ ਇੱਕ ਖਾਸ ਖਿੱਤਾ ਹੁੰਦਾ ਜਿੱਥੇ ਵਾਸਤੇ ਲੋਕਾਂ ਨੂੰ ਕੌਮ ਕਿਹਾ ਜਾਂਦਾ। ਪਹਿਲਾਂ ਤਾਂ ਮੈਂ ਤੁਹਾਡੇ ਕੋਲ ਇਹ ਕਲੈਰਿਟੀ ਚਾਹੁੰਦਾ ਹਾਂ ਕਿ ਸਿੱਖ ਇੱਕ ਵੱਖਰੀ ਕੌਮ ਹੈ ਜਾਂ ਨਹੀਂ, ਜਾਂ ਕੌਮ ਹੁੰਦੀ ਕੀ ਆ, ਕੌਮ ਬਣਦੀ ਕਿਵੇਂ ਆ, ਜਾਂ ਕੌਮੀਅਤਾਂ ਤੇ ਕੌਮ 'ਚ ਕੀ ਫਰਕ ਆ। ਆਪਾਂ ਦੂਰ ਚਲੇ ਜਾਵਾਂਗੇ ਮੁੱਦੇ ਤੋਂ, ਪਰ ਮੈਂ ਤੇ ਥੋੜੀ ਤੁਹਾਨੂੰ ਮੈਂ ਇੱਕ ਥੋੜਾ ਜਿਹਾ ਇਨਪੁਟ ਦਿੰਦਾ। ਰੂਸ਼ੋ ਫਰਾਂਸ ਦਾ ਬਹੁਤ ਵੱਡਾ, ਬਰਟਰੈਂਡ ਰਸ਼ਲ ਨਹੀਂ, ਰੂਸ਼ੋ ਇੱਕ ਅਲੱਗ, ਹਾਂਜੀ, ਇੱਕ ਬਹੁਤ ਵੱਡਾ ਜੀਨ ਰੂਸ਼ੋ ਇੱਕ ਬਹੁਤ ਵੱਡਾ ਫਿਲੋਸਫਰ ਹੋਇਆ। ਉਹ ਕੌਮ ਦੀ ਡੈਫੀਨੇਸ਼ਨ ਦਿੰਦੇ ਆ, ਮੈਂ ਉਹਦਾ ਟ੍ਰਾਂਸਲੇਸ਼ਨ ਕਰੂੰਗਾ ਪਰ ਉਹਦਾ ਅੰਗਰੇਜ਼ੀ ਦੇ ਵਿੱਚ ਇਸ ਤਰ੍ਹਾਂ: A nation can be called a nation if it has a homogeneous character, homogeneous religion and homogeneous culture. ਉਹ ਇਹ ਕਹਿ ਰਿਹਾ ਕਿ ਇੱਕ ਕੌਮ ਨੂੰ ਮੈਂ ਕੌਮ ਇਸ ਲਈ ਕਹਿਣ ਨੂੰ ਤਿਆਰ ਹਾਂ ਜੇ ਉਹਦਾ ਧਰਮ, ਜੇ ਉਹਦਾ ਕਲਚਰ, ਜੇ ਉਹਦੀ ਸੱਭਿਅਤਾ ਜਾਂ ਉਹਦਾ ਫੋਕਸ ਆਪਣੀ ਕੌਮ ਦੇ ਵਿੱਚ ਇੱਕ ਜਹਤੀ ਜਾਂ ਇੱਕ ਮੁੱਠ ਆ। ਜੇ ਉਹ ਇੱਕ ਮੁੱਠ ਨਹੀਂ ਤੇ ਉਹ ਕਹਿੰਦਾ ਕਿ ਇਟ ਇਜ਼ ਏ ਹੈਟਰੋਜਨਸ ਪੀਪਲ। ਜੇ ਉਹ ਇੱਕ ਮੁੱਠ ਨਹੀਂ ਹਨ ਤਾਂ ਇੱਕ ਵੱਖਰੇ ਵੱਖਰੇ ਤੱਤ ਦੇ ਲੋਕ ਤਾਂ ਹੋ ਸਕਦੇ ਪਰ ਉਹ ਕੌਮ ਨਹੀਂ ਹੋ ਸਕਦੀ। ਮਿਸਾਲ ਦੇ ਤੌਰ 'ਤੇ ਮੈਂ ਮਿਸਾਲ ਦਿੰਦਾ ਯਹੂਦੀਆਂ ਦੀ। ਆਮ ਤੌਰ 'ਤੇ ਜਦੋਂ ਮੈਂ ਆਪਣੇ ਲੋਕਾਂ ਨਾਲ ਗੱਲ ਕਰਦਾ ਤੇ ਉਹ ਯਹੂਦੀਆਂ ਨੇ ਜੀ ਆਜ਼ਾਦੀ ਲੈ ਲਈ ਜੀ, ਅਸੀਂ ਵੀ ਉਹਨਾਂ ਦੇ ਸੈਪਰੇਟ ਸੀ, ਬਲਾ ਬਲਾ ਕਈ ਚੀਜ਼ਾਂ, ਉਹ ਬਹੁਤ ਗਹਿਰਾ ਮਸਲਾ ਹੋ ਜਾਂਦਾ। ਪਰ ਉਹ ਇਹ ਨਹੀਂ ਸਮਝਦੇ ਕਿ ਉਹ ਕਿਸ ਤਰ੍ਹਾਂ, ਦੇਖੋ 70 ਮਸੀਹ ਦੀ ਡੈਥ ਤੋਂ ਬਾਅਦ, ਮੌਤ ਤੋਂ ਬਾਅਦ 73 ਔਨਵਰਡ ਉਹ ਕੌਮ ਵੀ ਨਾ ਰਹੇ, ਉਹ ਦੇਸ਼ ਵੀ ਨਾ ਰਿਹਾ ਤੇ ਉਜਾੜਾ ਪੈ ਗਿਆ। ਐਪੀਫਨੀ ਦਾ 4th ਸੀਰੀਆ ਦਾ ਬਾਦਸ਼ਾਹ, ਇਹਦਾ ਮਤਲਬ ਉਹ ਚੌਥਾ ਬਾਦਸ਼ਾਹ ਸੀ, ਉਹ ਆਇਆ, ਉਹਨੇ ਹੈਕਲ ਬਰਬਾਦ ਕਰਤੀ, ਉਹਨੇ ਆ ਕੇ ਸਾਰੇ ਲੋਕਾਂ ਨੂੰ ਕਤਲ ਕੀਤਾ, ਪ੍ਰੀਸਟਲੀ ਕਲਾਸਿਸ ਨੂੰ ਕਤਲ ਕੀਤਾ ਤੇ ਬਾਕੀ ਬੰਨ ਕੇ ਲੈ ਗਿਆ, ਜਿਹੜੇ ਦੌੜ ਗਏ ਵਿਚਾਰੇ ਬਚ ਗਏ। ਇਹਦਾ ਮਤਲਬ 73ਵੀਂ ਸਦੀ ਤੋਂ ਲੈ ਕੇ 1947 ਤੱਕ ਤੁਸੀਂ ਇਹ ਕਹਿ ਲਓ ਕਿ 119 ਸਾਲ ਹੋ ਗਏ। 1000
18-19 ਸਾਲ ਹੋ ਗਏ ਜਿਹਦੇ ਵਿੱਚ ਉਹ ਵਿਖਰ ਗਏ। ਪਰ ਕਿਵੇਂ ਵਾਪਸ ਆਏ? ਵਨ, ਉਹਨਾਂ ਦਾ ਇੱਕ ਰਿਲੀਜਨ ਸੀ, ਉਹਨਾਂ ਦੀ ਇੱਕ ਕੌਮ ਸੀ, ਉਹਨਾਂ ਦਾ ਇੱਕ ਕਲਚਰ ਸੀ। ਸਿੱਖ ਕੌਮ ਦੇ ਵਿੱਚ ਜਿਹੜਾ ਜਾਂ ਸਿੱਖ ਧਰਮ ਦੇ ਵਿੱਚ ਵੱਡਾ ਇੱਕ ਬਖੇੜ ਵਾਲਾ ਕੰਮ ਆਇਆ ਕਿ 1947 ਤੋਂ ਪਹਿਲਾਂ ਉਹਨਾਂ ਨੇ ਇਹੋ ਹੀ ਸੋਚਿਆ ਕਿ ਮੈਂ ਹਿੰਦੂ ਦਾ ਰਾਖਾਂ, ਮੈਂ ਬਗਦਾਦ ਤੱਕ ਉਹਨਾਂ ਨੂੰ ਛੁਡਾ ਕੇ ਆਇਆ ਕਿਉਂਕਿ ਮੈਂ ਬਾਰਡਰ ਦੇ ਉੱਤੇ ਬਿਲਕੁਲ ਹਮਲਾਵਰਾਂ ਦੇ ਮੂੰਹ 'ਚ ਪੰਜਾਬ 'ਚ ਬੈਠਾ, ਮੇਰਾ ਕੰਮ ਹੈ ਉਹਨਾਂ ਨਾਲ ਯੁੱਧ ਕਰਨਾ ਤੇ ਹਿੰਦੂਆਂ ਨੂੰ ਬਚਾਉਣਾ। ਪਰ ਮੈਂ ਬੜੀ ਇਹ ਕਲੀਅਰਲੀ ਕਹਿਣਾ ਚਾਹੁੰਦਾ ਕਿ ਇਸ ਚੀਜ਼ ਦੀ ਉਹਨਾਂ ਨੂੰ ਇੱਕ ਤਾਂ ਕੌਮੀਅਤ ਨਹੀਂ ਬਣ ਦਿੱਤਾ, ਤੇ ਜੇ ਬਣੀ ਵੀ ਇੱਕ ਕੌਮ ਤੇ ਉਹ ਉਹਨਾਂ ਦੀ ਆਈਡੈਂਟੀਟੀ ਇੱਦਾਂ ਰੱਖੀ ਕਿ ਇਹ ਸਾਡੇ ਉੱਤੇ ਡਿਪੈਂਡੈਂਟ ਹੈ, ਇਹ ਹਿੰਦੂਆਂ ਦਾ ਹੀ ਇੱਕ ਪਾਰਟ ਹੈ ਜਿੱਦਾਂ ਜੈਨਿਜ਼ਮ ਜਾਂ ਬੁੱਧਿਜ਼ਮ ਹੋ ਸਕਦਾ, ਪਰ ਇਹ ਆਪਣੇ ਆਪ ਇਹ ਅਲੱਗ ਕੌਮ ਨਹੀਂ। ਹਾਲਾਂਕਿ ਇਹ ਗੱਲ ਬੜੀ ਮੰਨ ਕੇ ਚੱਲਣ ਵਾਲੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਨੂੰ ਸਾਜਿਆ ਸਿੱਖ ਨੂੰ ਤੇ ਉਹਨਾਂ ਨੂੰ ਪਹਿਲ ਦਿੱਤੀ ਤਾਂ ਇੱਕ ਪਗੜੀ ਧਾਰੀ ਇੱਕ ਕੌਮ ਬਣਾਈ, ਤੇ ਉਹਦਾ ਪਰਪਸ ਇਹੋ ਹੀ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਪਗੜੀ ਨਹੀਂ ਬੰਨ੍ਹ ਸਕਦਾ ਸੀ ਸਿਵਾਏ ਮੁਗਲਾਂ ਤੋਂ, ਕੋਈ ਘੋੜੇ ਤੇ ਸਵਾਰ ਨਹੀਂ ਹੋ ਸਕਦਾ ਸੀ ਸਿਵਾਏ ਮੁਗਲਾਂ ਤੋਂ, ਕੋਈ ਤਲਵਾਰ ਨਹੀਂ ਪਹਿਨ ਸਕਦਾ ਸੀ ਸਿਵਾਏ ਮੁਗਲਾਂ ਤੋਂ। ਇਹ ਗੁਰੂ ਜੀ ਨੇ ਇਹਨਾਂ ਨੂੰ ਇੱਕ ਆਈਡੈਂਟਿਟੀ ਦਿੱਤੀ ਕਿ ਉਸ ਆਈਡੈਂਟਿਟੀ ਕ੍ਰਾਈਸਿਸ ਦੇ ਵਿੱਚੋਂ ਮਿਰਗੋਬੇ 'ਚੋਂ ਬਾਹਰ ਨਿਕਲ ਕੇ ਇੱਕ ਵੱਖਰਾਪਨ, ਇੱਕ ਨਈ ਕੌਮ ਦਾ ਇੱਕ ਖਿਤਾਬ ਦਿੱਤਾ, ਜਿਹਨੂੰ ਅਸੀਂ ਤੁਸੀਂ ਇਹ ਕਹਿ ਲਓ ਕਿ ਉਹਨਾਂ ਨੂੰ ਕਾਕਾਰ ਵੀ ਬਖਸ਼ੇ ਕਿ ਉਹਨਾਂ ਦੀ ਆਈਡੈਂਟਿਟੀ ਕ੍ਰਾਈਸਿਸ ਜਿਹੜੀ ਸੀ ਉਹਨੂੰ ਖਤਮ ਕਰਕੇ ਇੱਕ ਵੱਖਰੀ ਆਈਡੈਂਟਿਟੀ ਦਿੱਤੀ ਦੈਟ ਯੂ ਆਰ ਅ ਸਿੱਖ ਟੂਡੇ। ਇਹ ਮੇਰੇ ਖਿਆਲ ਇਤਿਹਾਸਿਕ ਪੱਖ ਆ ਜੀ। ਅੱਛਾ ਡਾਕਟਰ ਸਾਹਿਬ, ਤੁਸੀਂ ਵਿਸਤਾਰ ਵਿੱਚ ਸਾਰੀ ਗੱਲ ਦੱਸ ਦਿੱਤੀ, ਅੱਛਾ ਸਾਰੀ ਗੱਲ ਦੀ ਸਮਝ ਮੈਨੂੰ ਆ ਗਈ, ਪਰ ਗੱਲ ਇਹ ਆ ਕਿ ਜਿਹੜੀਆਂ ਸ਼ਰਤਾਂ ਤੁਸੀਂ ਦੱਸੀਆਂ ਨੇ ਇੱਕ ਫਰਾਂਸ ਦੇ ਫਿਲਾਸਫਰ ਨੇ ਰੱਖੀਆਂ, ਉਹ ਸਾਰੀਆਂ ਸ਼ਰਤਾਂ ਤਾਂ ਫਿਰ ਸਿੱਖ ਕੌਮ ਪੂਰੇ ਕਰਦੀ ਆ। ਉਹਦੀ ਧਰਮ ਦੀ ਆਇਡੈਂਟੀਟੀ ਵੀ ਆ, ਉਹਦੀ ਕਲਚਰ ਦੀ ਆਇਡੈਂਟੀਟੀ ਵੀ ਆ, ਉਹਦੀ ਖਿੱਤੇ ਦੀ ਆਇਡੈਂਟੀਟੀ ਵੀ ਹੈ, ਜਿੱਥੇ ਉਹ ਪੈਦਾ ਹੁੰਦਾ ਆ ਉਸ ਇਲਾਕੇ ਦੀ ਵੀ ਆਇਡੈਂਟੀਟੀ ਆ। ਯਾਨੀ ਕਿ ਜਿਹੜੀਆਂ ਬੇਸਿਕ ਸ਼ਰਤਾਂ ਉਹ ਪੂਰੀਆਂ ਕਰਦੀ ਆ, ਤੇ ਇਹ ਗੱਲ ਤੇ ਸਾਬਤ ਹੁੰਦੀ ਆ ਕਿ ਸਿੱਖ ਇੱਕ ਕੌਮ ਦਾ ਦਰਜਾ ਤੇ ਰੱਖਦੀ ਆ। ਕੌਮ ਨੂੰ ਬਹੁਤ ਦੇਰ ਬਾਅਦ ਸਮਝ ਲੱਗੀ, ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਤਾਂ ਸਮਝਦੇ ਰਹੇ ਕਿ ਸਾਡਾ ਕੰਮ ਰਾਖੀ ਕਰਨਾ ਹੀ ਹੈ ਹਿੰਦੂਆਂ ਦੀ, ਤੇ ਹਿੰਦੂ ਵੀ ਆਪਣਾ ਵੱਡਾ ਬੇਟਾ ਸਿੱਖ ਬਣਾਉਂਦੇ ਰਹੇ। ਜਦੋਂ ਇਹ ਗੱਲ ਆਪਾਂ ਬਹੁਤ ਲੇਟ ਤੱਕ ਨਹੀਂ ਮੰਨਦੇ, ਮੈਨੂੰ ਨਹੀਂ ਪਤਾ ਵੀ ਸਾਡੇ ਸਮਿਆਂ 'ਚ ਬਹੁਤ ਘੱਟ ਕਿਤੇ ਇੱਦਾਂ ਦਾ ਹੋਇਆ ਹੋਊਗਾ, ਜਦੋਂ ਕ੍ਰਾਈਸਿਸ ਦਾ ਸਮਾਂ ਸੀ ਜਾਂ ਕਹਿ ਲਓ ਸਿੱਖਾਂ ਦਾ ਗੋਲਡਨ ਪੀਰੀਅਡ ਸੀ 18ਵੀਂ ਸਦੀ ਦਾ, ਉਹਨਾਂ ਦਿਨਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਬੱਚਾ ਸਿੱਖ ਬਣਦਾ ਸੀ ਤੇ ਉਹ ਖਾਲਸਾ ਫੌਜ 'ਚ ਸ਼ਾਮਲ ਹੁੰਦਾ ਸੀਗਾ, ਜਿਹੜਾ ਪੁਰਾਣਾ ਇਤਿਹਾਸ ਅਸੀਂ ਪੜ੍ਹਦੇ ਹਾਂ। ਉਸ ਤੋਂ ਬਾਅਦ ਜਦੋਂ ਨਫ਼ਰਤਾਂ ਦੇ ਪ੍ਰਚਾਰ ਸ਼ੁਰੂ ਹੋ ਗਏ, ਈਵਨ ਦੋ ਜਿਹੜਾ ਦੋ ਕੌਮਾਂ ਦੇ ਆਧਾਰ ਦੇ ਉੱਤੇ ਮੁਲਕ ਦੀ ਪਾਰਟੀਸ਼ਨ ਹੋ ਗਈ, ਇਸਲਾਮਿਕ ਕੰਟਰੀ ਬਣਾਉਣ ਦੇ ਨਾਂ 'ਤੇ ਪਾਕਿਸਤਾਨ ਦੇ ਖਿੱਤੇ 'ਚ ਕੁਝ ਲੋਕ ਵੱਸ ਗਏ ਜਾ ਕੇ, ਜਿਨਾਹ ਹੈਰਾਂ ਨੇ ਕਰਤਾ। ਉਹਨਾਂ ਦਿਨਾਂ ਦੇ ਵਿੱਚ ਵੀ ਇਹ ਮੁੱਦਾ ਉੱਭਰਿਆ ਹੋਏਗਾ, ਉਹਨਾਂ ਦਿਨਾਂ 'ਚ ਨਫ਼ਰਤਾਂ ਦਾ ਕੁਝ ਬੋਲਬਾਲਾ ਜ਼ਰੂਰ ਰਿਹਾ ਹੋਏਗਾ, ਪਰ ਸਿੱਖ ਹਿੰਦੂ ਕੌਮ ਦੇ ਨਾਲ ਖੜੇ ਹੋਏ ਤੇ ਉਹਨਾਂ ਨੇ ਆਪਣਾ ਭਵਿੱਖ ਤੈਅ ਕੀਤਾ ਕਿ ਅਸੀਂ ਭਾਰਤ ਵਿੱਚ ਰਹਿ ਕੇ ਜ਼ਿਆਦਾ ਬਿਹਤਰ ਜ਼ਿੰਦਗੀ ਜੀ ਸਕਦੇ ਹਾਂ। ਪਰ ਉਹ ਸੁਪਨਾ ਉਹਨਾਂ ਦਾ ਕਿਤੇ ਪੂਰਾ ਨਾ ਹੋਇਆ, ਜਿਹਦੇ ਕਰਕੇ ਇਹ ਕ੍ਰਾਈਸਿਸ ਸ਼ੁਰੂ ਹੋਇਆ ਤੇ ਹੌਲੀ ਹੌਲੀ ਵੱਧਦਾ ਫਿਰ ਇਹ ਦੋ ਧਿਰਾਂ ਬਣ ਗਈਆਂ। ਇੱਕ ਧਿਰ ਜਿਹੜੀ ਹਿੰਦੂ ਛਾਨਣਵਾਦ ਸੀਗਾ, ਉਹ ਚਾਹੁੰਦਾ ਸੀ ਕਿ ਇਹਨਾਂ ਨੂੰ ਆਪਣੀ ਮੁੱਠੀ 'ਚ ਰੱਖਾਂ, ਉਹਨਾਂ ਨੂੰ ਹੋਰ ਕਮਜ਼ੋਰ ਕਰਦਾ ਗਿਆ, ਇਲਾਕੇ ਛੋਟੇ ਕਰਦਾ ਗਿਆ, ਹਿਮਾਚਲ ਹਰਿਆਣਾ ਵਿੱਚੋਂ ਕੱਢ ਕੇ ਪੰਜਾਬ ਨੂੰ ਬਹੁਤ ਛੋਟਾ ਕਰਤਾ। ਦੂਜੇ ਪਾਸੇ ਗ੍ਰੀਡੀਨੈਸ ਸਾਡੇ ਜਿਹੜੀ ਸਿੱਖ ਲੀਡਰਸ਼ਿਪ ਸੀ ਉਹਦੀ ਵੀ ਸਾਹਮਣੇ ਆਈ ਕਿ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਪਗੜੀ ਧਾਰੀ ਜਾਂ ਅਸੀਂ ਸਾਡੇ ਪਰਿਵਾਰਾਂ ਦੇ ਲੋਕ ਜਿਹੜੇ ਆ ਉਹ ਇੱਥੇ ਉਹਨਾਂ ਚਿਰ ਸ਼ਾਸਨ ਨਹੀਂ ਕਰ ਸਕਦੇ ਜਿੰਨਾ ਚਿਰ ਅਸੀਂ ਬਹੁਮਤ ਸਿੱਖ ਖਿੱਤਾ ਨਹੀਂ ਬਣਾ ਲੈਂਦੇ। ਤੇ ਉਹ ਕਰਦਿਆਂ ਪੰਜਾਬ ਬਹੁਤ ਛੋਟਾ ਤੇ ਬਹੁਤ ਕਮਜ਼ੋਰ ਹੋ ਗਿਆ, ਤੇ ਸਿੱਖ ਵੀ ਕੀ ਕਹਾਂ, ਫਿਰ ਜੱਟ ਸਿੱਖ ਦਾ ਰੌਲਾ ਪੈ ਗਿਆ ਤੇ ਬਹੁਤ ਲੰਬਾ ਸਮਾਂ ਇਹ ਸੰਘਰਸ਼ ਚੱਲਦੇ ਰਹੇ, ਲੋਕ ਬਣਦੇ ਰਹੇ, ਪੰਜਾਬ ਨੂੰ ਚੂੰਡਦੇ ਰਹੇ, ਖਾਂਦੇ ਰਹੇ, ਪਰ ਪੰਜਾਬ ਦਾ ਕੋਈ ਵਾਲੀ ਵਾਰਸ ਬਣ ਕੇ ਐਸਾ ਲੀਡਰ ਨਹੀਂ ਉੱਭਰ ਸਕਿਆ ਜਿਹੜਾ ਪੂਰੀ ਕੌਮ ਲਈ ਜਾਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕੇ। ਐਕਸੈਪਟ ਕਿ ਧਰਮ ਯੁੱਧ ਮੋਰਚੇ ਵੇਲੇ ਜਿਹੜੀ ਤੁਸੀਂ ਗੱਲ ਦੱਸੀ ਆ ਕਿ ਇੱਕ ਦੌਰ ਐਸਾ ਆਇਆ ਜਦੋਂ ਹਥਿਆਰਾਂ ਦੇ ਬਲ 'ਤੇ ਕੁਝ ਨੌਜਵਾਨਾਂ ਨੇ ਇਹ ਸੰਕਲਪ ਲਿਆ ਕਿ ਅਸੀਂ ਆਪਣੀ ਜਿਹੜੀ ਗੁਆਚੀ ਇੱਜ਼ਤ ਹੈ ਉਹਨੂੰ ਬਹਾਲ ਕਰਾਂਗੇ। ਪਰ ਉਹ ਵੀ ਮੂਵਮੈਂਟ, ਜਿਵੇਂ ਤੁਹਾਨੂੰ ਪਤਾ ਹਥਿਆਰਬੰਦ ਮੂਵਮੈਂਟਾਂ ਸਟੇਟ ਸਾਹਮਣੇ ਨਹੀਂ ਖੜਦੀਆਂ, ਨਕਸਲਾਈਟ ਮੂਵਮੈਂਟ ਵੇਖੀ, ਹੋਰ ਮੂਵਮੈਂਟ ਆਪਾਂ ਵੇਖੀਆਂ ਨੇ ਆਪਣੇ ਸਮਿਆਂ 'ਚ,
ਤੇ ਉਹ ਮੂਵਮੈਂਟ ਦੇ ਕਿਰਾਏ ਪੈ ਗਈ ਜਾਂ ਕਿਰਾਏ ਪਾ ਦਿੱਤੀ ਗਈ ਤੇ ਆਖਰਕਾਰ ਉਹਨੂੰ ਦਬਾ ਲਿਆ ਗਿਆ। ਪਰ ਗੱਲ ਫਿਰ ਮੁੱਕੀ ਕਿ 84 ਤੋਂ ਬਾਅਦ ਪੰਜਾਬ 'ਚੋਂ ਬਹੁਤ ਹਿਜਰਤ ਹੋਣੀ ਸ਼ੁਰੂ ਹੋ ਗਈ ਤੇ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਪੰਜਾਬੀ ਤੇ ਸਿੱਖ ਵਸਣੇ ਸ਼ੁਰੂ ਹੋ ਗਏ। ਪਰ ਪੰਜਾਬ ਵਿੱਚ ਤੇ ਉਹ ਅੱਗ ਜਵਾਲਾ ਮੱਠੀ ਪੈ ਗਈ, ਪਰ ਬਾਹਰਲੇ ਮੁਲਕਾਂ 'ਚ ਉਹਨੂੰ ਜਿੰਦਾ ਰੱਖਿਆ ਜਾ ਰਿਹਾ, ਕਦੀ ਕਿਸੇ ਨਾਂ ਤੇ ਕਦੀ ਕਿਸੇ ਨਾਂ ਤੇ। ਤੇ ਫਿਰ ਆਪਾਂ ਆਵਾਂਗੇ ਹੁਣ ਰੈਫਰੈਂਡਮ ਵੱਲ। ਪਰ ਉਸ ਤੋਂ ਪਹਿਲਾਂ ਮੇਰਾ ਇੱਕ ਸਵਾਲ, ਫਿਰ ਤੁਸੀਂ ਕਹਿਣਾ ਮੈਂ ਲਾਂਭੇ ਚਲ ਗਿਆ ਥੋੜ੍ਹਾ ਜਿਹਾ, ਉਹ ਲਾਂਭੇ ਨਹੀਂ ਮੈਂ ਜਾਂਦਾ, ਮੈਂ ਤੁਹਾਡੇ ਕੋਲ ਚੀਜ਼ਾਂ ਸਮਝਣਾ ਚਾਹੁੰਦਾ ਆ। ਜਦੋਂ ਨਰਿੰਦਰ ਮੋਦੀ ਰੀਪ ਤਾਕਤ 'ਚ ਆਉਂਦੇ ਆ, ਉਦੋਂ ਪਹਿਲੀ ਵਾਰ ਮਹਿਸੂਸ ਹੁੰਦਾ ਆ ਕਿ ਭਾਰਤ ਲੋਕਤੰਤਰ ਤੋਂ ਖਿਸਕ ਕੇ, ਕਾਂਗਰਸ ਜਿੱਦਾਂ ਦੀ ਵੀ ਸੀ ਚੰਗੀ ਜਾਂ ਬੁਰੀ, ਉਹਨਾਂ ਬਹੁਤ ਕੁਝ ਗਲਤੀਆਂ ਕੀਤੀਆਂ, ਧਰਮ ਦੇ ਆਧਾਰ ਤੇ ਵੰਡਾਂ ਵੀ ਪਾਈਆਂ, ਜਾਤਾਂ ਗੋਤਾਂ ਦੇ ਆਧਾਰ ਤੇ ਵੰਡਾਂ ਵੀ ਪਾਈਆਂ, ਆਪਣੀ ਵੋਟ ਬੈਂਕ ਪੱਕਾ ਕਰ ਲਈ, ਉਹਨਾਂ ਵੀ ਬੜੀਆਂ ਗੇਮਾਂ ਖੇਡੀਆਂ। ਪਰ ਜਦੋਂ 2014 'ਚ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣਦਾ ਤੇ ਆਪਣੇ ਸੰਸਦ ਦੇ ਪਹਿਲੇ ਸੰਬੋਧਨ 'ਚੋਂ ਕਹਿੰਦਾ ਕਿ ਸਦੀਆਂ ਦੀ ਗੁਲਾਮੀ ਤੋਂ ਬਾਅਦ ਅਸੀਂ ਆਜ਼ਾਦ ਹੋਏ ਹਾਂ। ਬਹੁਤ ਸਾਰੇ ਹਿੰਦੂ ਜਿਹੜੇ ਇਤਿਹਾਸਕਾਰ ਨੇ ਉਹ ਵਿਸਤਾਰ ਦਿੰਦੇ ਇਹਦਾ ਕਿ ਜਿਹੜੀ 1200 ਸਾਲ ਦੀ ਗੁਲਾਮੀ ਭੋਗੀ ਆ ਹਿੰਦੁਸਤਾਨ ਨੇ। ਪਹਿਲੀ ਗੱਲ ਤਾਂ ਇਹ ਹੈ ਕਿ 712 'ਚ ਜਦੋਂ ਪਹਿਲੀ ਵਾਰ ਇੱਕ ਨੌਜਵਾਨ 17 ਸਾਲਾਂ ਦਾ ਮੁਹੰਮਦ ਬਿਨ ਕਾਸਿਮ ਸਿੰਧ ਸੂਬੇ ਨੂੰ ਜਿੱਤਦਾ ਆ ਤੇ ਪਹਿਲੀ ਵਾਰ ਮੁਸਲਿਮ ਇਸਲਾਮ ਦੀ ਆਮਦ ਹੁੰਦੀ ਆ। ਉਸ ਤੋਂ ਪਹਿਲਾਂ ਵਪਾਰਕ ਤੌਰ ਤੇ ਕੇਰਲਾ ਵਗੈਰਾ 'ਚ ਲੋਕ ਆਏ। ਇਹ ਤਾਂ ਕਿਹਾ ਜਾਂਦਾ ਕਿ ਪਹਿਲੀ ਮਸਜਿਦ ਤੇ ਮੁਹੰਮਦ ਸਾਹਿਬ ਦੇ ਹੁੰਦਿਆਂ ਹੀ ਕੇਰਲਾ 'ਚ ਬਣ ਗਈ ਸੀਗੀ। ਕਿ ਜਿਹੜਾ ਭਾਰਤ ਦਾ ਬਾਕੀ ਲੋਕ ਨੇ ਜਿਹੜੇ ਕੱਟੜ ਹਿੰਦੂਪਣ 'ਚ ਨਹੀਂ ਵਿਸ਼ਵਾਸ ਰੱਖਦੇ ਜਾਂ ਜਿਹੜੇ ਇਹ ਨਹੀਂ ਚਾਹੁੰਦੇ ਕਿ ਭਾਰਤ ਇੱਕ ਹਿੰਦੂ ਸਟੇਟ ਬਣੇ, ਹਾਲਾਂਕਿ ਰਾਈਟ ਵਿੰਗ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਉਸ ਗੱਲ ਨੂੰ ਮੰਨ ਲਿਆ ਤੇ ਬਹੁਤ ਸਾਰੇ ਲੋਕ ਅਜੇ ਵੀ ਇਹ ਮੰਨਦੇ ਨੇ ਕਿ ਗੁਲਾਮੀ ਦਾ ਪੀਰੀਅਡ ਜਿਹੜਾ ਸੀਗਾ ਉਹ ਸਿਰਫ ਬ੍ਰਿਟਿਸ਼ ਰਾਜ ਦੀ ਗੁਲਾਮੀ ਸੀਗੀ ਜਿਹੜੀ ਬਾਹਰੋਂ ਆ ਕੇ ਸਾਡੇ ਤੇ ਹੋਈ। ਜਿਹੜੇ ਬਾਹਰੋਂ ਸਦੀਆਂ ਪਹਿਲਾਂ ਲੋਕ ਆ ਕੇ ਉੱਥੇ ਰਹੇ, ਉਹਨਾਂ ਦੇ ਪੁੱਤ ਪੁੱਤਰੇ ਉੱਥੇ ਵਸੇ ਤੇ ਇੱਕ ਕਿੰਗਡਮ ਚੱਲਦੀਆਂ ਰਹੀਆਂ। ਉਹਨਾਂ ਦੇ ਵਿੱਚ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਹਿੰਦੂ ਕਿੰਗਡਮ ਸੀ, ਸਿੱਖਾਂ ਨੇ ਵੀ ਆਪਣੀਆਂ ਕਿੰਗਡਮ ਬਣਾਈਆਂ, ਪਿਛਲਾਂ ਬਣਾਈਆਂ, ਬਾਤ ਬੜੀਆਂ। ਪਰ ਗੁਲਾਮੀ ਦਾ ਪੀਰੀਅਡ ਜਿਹੜਾ ਆ ਉਹ ਬ੍ਰਿਟਿਸ਼ ਸਾਮਰਾਜ ਦੇ ਵੇਲੇ ਦੇ ਪੀਰੀਅਡ ਨੂੰ ਗੁਲਾਮੀ ਕਿਹਾ ਗਿਆ। ਜਦੋਂ ਕਿ ਹਿੰਦੂਤਵ ਦੀ ਸੋਚ ਵਾਲੇ ਲੋਕਾਂ ਨੇ ਕਿਹਾ ਨਹੀਂ ਜੀ ਅਸੀਂ 1200 ਸਾਲ ਤੋਂ ਯਾਨੀ ਕਿ 712 ਤੋਂ ਗੁਲਾਮੀ ਭੋਗ ਰਹੇ ਹਾਂ ਤੇ ਹੁਣ ਅਸੀਂ ਆਪਣੇ ਮੁਲਕ ਨੂੰ ਹਿੰਦੂ ਰਾਸ਼ਟਰ ਬਣਾਉਣ ਜਾ ਰਹੇ ਹਾਂ, ਜਿਹਦੀ ਚਰਚਾ ਇਸ ਵੇਲੇ ਜ਼ੋਰਾਂ ਤੇ ਆ। ਮੈਂ ਤੁਹਾਡੇ ਕੋਲ ਸਮਝਣਾ ਚਾਹੁੰਦਾ ਕਿ ਭਾਰਤ ਵਾਕਿਆ ਹੀ ਮਤਲਬ 8ਵੀਂ ਸਦੀ ਤੋਂ ਲੈ ਕੇ ਤੇ ਹੋਣ ਵਾਲੀ ਸਦੀ ਤੱਕ ਗੁਲਾਮ ਸੀਗਾ ਜਦੋਂ ਮੋਦੀ ਰਹੇ। ਉਸ ਤੋਂ ਬਾਅਦ ਬੜਾ ਕੰਪਲੈਕਸ ਜਿਹਾ ਸਵਾਲ ਹੈ ਜਿਹੜਾ ਮੈਂ ਕੋਸ਼ਿਸ਼ ਕਰੂੰਗਾ ਹਿਸਟੋਰੀਕਲ ਇਵੈਂਟਸ ਨੂੰ। ਹਾਂਜੀ, ਤੁਸੀਂ ਮੁਹੰਮਦ ਬਿਨ ਕਾਸਿਮ ਦੀ ਗੱਲ ਕੀਤੀ ਆ ਜੀ, ਇਹ ਪਹਿਲੀ ਵਾਰੀ ਹੋਇਆ ਸੀ ਮੁਹੰਮਦ ਬਿਨ ਕਾਸਿਮ ਦਾ ਹਿੰਦੁਸਤਾਨ ਦੇ ਵਿੱਚ ਹਮਲਾ ਕਰਨ ਦਾ, ਜਦੋਂ ਉਹਨੇ ਮੁਲਤਾਨ ਦਾ ਸਾਰਾ ਰਾਵੀ ਤੋਂ ਪਾਰ ਦਾ ਹਿੱਸਾ ਜਿਹੜਾ ਸੀ ਪੰਜਾਬ ਦਾ ਕੈਪਚਰ ਕਰ ਰਿਹਾ, ਕਰਾਚੀ ਤੋਂ ਲੈ ਕੇ, ਤੇ ਉਹਨੇ ਮੈਸਕਰ ਵੀ ਕੀਤਾ। ਮੁਲਤਾਨ ਦੇ ਰਾਜੇ ਨੂੰ ਮੂਲ ਚੰਦ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਉਹਨੇ ਔਰ ਕਤਲੇਆਮ ਵੀ ਕੀਤਾ। ਇਹ ਸਾਡਾ ਪਹਿਲਾ ਕੰਟੈਕਟ ਸੀਗਾ ਮੁਸਲਿਮ ਅੰਪਾਇਰ ਦੇ ਨਾਲ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਨਾਲ ਉਹਨਾਂ ਦੀ ਗੱਲਬਾਤ ਹੁੰਦਾ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਕੀ ਬਾਹਰਲੇ ਮੁਲਕ ਸਾਨੂੰ ਗੁਲਾਮ ਜਾਂ ਕਿਸੇ ਵੀ ਮੁਲਕ ਨੂੰ ਗੁਲਾਮ ਬਣਾਉਂਦੇ? ਮੈਂ ਸੋਚਦਾ ਕਿ ਕਦੀ ਨਹੀਂ। ਜਿੰਨਾ ਚਿਰ ਇੱਕ ਕੌਮ ਦੇ ਵਿੱਚ ਉਹ ਸੱਤਿਆ ਆ ਆਜ਼ਾਦ ਰਹਿਣ ਦੀ ਤੇ ਆਜ਼ਾਦ ਹੋਣ ਦੀ, ਕੋਈ ਬਾਹਰਲਾ ਬੰਦਾ ਉਹਨਾਂ ਨੂੰ ਗੁਲਾਮ ਨਹੀਂ ਬਣਾ ਸਕਦਾ। ਤੁਸੀਂ ਹੈਰਾਨ ਹੋਗੇ ਜੇ ਮੈਂ ਹਿਸਟਰੀ ਨੂੰ ਫਿਰ ਥੋੜ੍ਹਾ ਜਿਹਾ ਕੋਟ ਕਰਾਂ ਕਿ ਜਦੋਂ ਰਾਜਪੂਤ ਰਾਜੇ ਪ੍ਰਿਥਵੀ ਰਾਜ ਚੌਹਾਨ ਵਰਗੇ ਲੜ ਰਹੇ ਸੀ ਤੇ ਮੂਲ ਚੰਦ ਹੁਰੀ ਉਹ ਜਿਹੜੇ ਸੀ ਉਹ ਉਹਨਾਂ ਨੂੰ ਇਨਵਾਈਟ ਕਰ ਰਹੇ ਸੀ ਕਿ ਆ ਜਾਓ ਸਾਡੇ ਤੇ ਰਾਜ ਕਰੋ। ਗੋਰਿਆਂ ਨੂੰ ਵੀ ਮੈਂ ਸੋਚਦਾ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਆਏ ਤੇ ਅਸੀਂ ਇਨਵਾਈਟ ਕੀਤਾ ਉਹਨਾਂ ਨੂੰ। ਜਿਹੜੀ ਸਾਡੇ 'ਚ ਇੰਟਰਨਲ ਫੁੱਟ ਆ ਉਹ ਗੁਲਾਮੀ ਦਾ ਸਬੱਬ ਹੈ। ਇੱਕ ਹੋਰ ਕੋਟੇਸ਼ਨ ਹੈ, ਉਹ ਇਹ ਹੈ ਕਿ ਡੀ.ਐਲ. ਮੂਡੀ ਆਖਦੇ ਇੱਕ ਜਗ੍ਹਾ ਦੇ ਉੱਤੇ, ਉਹ ਕਹਿੰਦੇ ਕਿ ਕੌਮਾਂ ਬਾਹਰ ਦੀ ਗੁਲਾਮੀ ਨਾਲ, ਬਾਹਰ ਦਿਆਂ ਹਮਲਿਆਂ ਨਾਲ ਬਰਬਾਦ ਨਹੀਂ ਹੁੰਦੀਆਂ, ਦੇ ਕੇਵ ਇਨ। ਕੇਵ ਇਨ ਦਾ ਮਤਲਬ ਹੈ ਕਿ ਅੰਦਰ ਨੂੰ ਉਹਨਾਂ ਦੀਆਂ ਦੀਵਾਰਾਂ ਧੱਸ ਜਾਂਦੀਆਂ। ਉਹ ਕੀ ਹੁੰਦੀਆਂ?
ਜਿਹੜੀਆਂ ਅੰਦਰੂਨੀ ਫੁੱਟ। ਮੈਂ ਮਿਸਾਲ ਦਿੰਦਾ ਤੁਹਾਨੂੰ, ਹਿਸਟੋਰੀਕਲੀ ਈਵੈਂਟ ਸੀ। ਬੰਦਾ ਬਹਾਦਰ ਦੇ ਉੱਤੇ ਮੈਂ ਇੱਕ ਫਿਲਮ ਦੀ ਸਟੋਰੀ ਵੀ ਲਿਖੀ ਸੀ, ਬੇਸ਼ੱਕ ਅੱਜ ਤੱਕ ਉਹਦੀ ਫਿਲਮ ਨਹੀਂ ਬਣ ਸਕੀ, ਉਹ ਕਈ ਗੱਲਾਂ ਕਰਕੇ ਉਹ ਨਹੀਂ ਹੋ ਸਕੀ। ਪਰ ਜਦੋਂ ਮੈਂ ਇੱਥੇ ਆਇਆ ਹਿੰਦੁਸਤਾਨ, ਪੰਜਾਬ ਦੇ ਵਿੱਚ ਹਮਲਾ ਕੀਤਾ ਉਹਨੇ, ਇੱਕ ਤਾਂ ਰਿਵੈਂਜ ਲਿਆ, ਇੱਕ ਇਹ ਕਿ ਜਿਹੜੀਆਂ ਮਿਸਲਾਂ ਕਾਇਮ ਕੀਤੀਆਂ ਸੀ, ਬਾਦਸ਼ਾਹਤਾਂ ਜਿਹੜੀਆਂ ਰਿਆਸਤਾਂ ਬਣਾਈਆਂ ਸੀ, ਉਹ ਉਹਨੇ ਹੀ ਦਿੱਤੀਆਂ ਸੀ। ਉਹ ਸਿੱਖ ਮਿਸਲਾਂ ਜਿਹੜੀਆਂ ਸੀ ਅਸਲ ਵਿੱਚ ਬਿਗਨਿੰਗ ਦੇ ਵਿੱਚ ਤਾਂ ਲੋਕਾਂ ਦੀ ਸੇਵਾ ਹੀ ਕਰਦੀਆਂ ਸੀ, ਪਰ ਅਲਟੀਮੇਟਲੀ ਕੀ ਹੋਇਆ ਕਿ ਹਮਲਾਵਰਾਂ ਦੇ ਸਾਹਮਣੇ ਉਹ ਝੁਕ ਗਏ ਤੇ ਉਹਨਾਂ ਦੀ ਉਹ ਕੀ ਕਹਿੰਦੇ ਗੁਲਾਮੀ ਕਰਦੇ ਰਹੇ। ਮਿਸਾਲ ਦੇ ਤੌਰ ਤੇ ਅੰਗਰੇਜ਼ਾਂ ਨੇ ਜਦੋਂ ਹਮਲਾ ਕੀਤਾ 1845 ਤੋਂ ਆਨਵਰਡ ਦੀ ਗੱਲ ਹੈ, ਜਦੋਂ ਸਿੱਖ ਰਾਜ ਜਿਹੜਾ ਉਹ ਫਿਨਿਸ਼ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੇ ਵਿੱਚ, ਤੇ ਜਿਹੜੀਆਂ ਮਿਸਲਾਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਡੋਗਰੇ ਵੀ ਉਹ ਸਾਰੀਆਂ ਦੀ ਸਾਰੀਆਂ ਬ੍ਰਿਟਿਸ਼ ਲੋਕਾਂ ਦੀ ਮਦਦ ਕਰਦੀਆਂ ਸੀ। ਤੇ ਮੈਂ ਇਹ ਮਹਿਸੂਸ ਕਰਨਾ ਕਿ ਅੱਜ ਦੀਆਂ ਮਿਸਲਾਂ ਵੀ, ਮੈਂ ਬਾਕੀ ਹਮਲੇ ਤਾਂ ਹੋਏ ਉਹ ਅਲੱਗ ਗੱਲ ਹੈ, ਪਰ ਜਿਹੜੀ ਮਿਸਲ ਅੱਜ ਬਾਦਲਾਂ ਦੀ ਆਈ ਤੇ ਜਿੰਨਾ ਨੁਕਸਾਨ ਉਹਨਾਂ ਨੇ ਸਿੱਖ ਕੌਮ ਦਾ ਕੀਤਾ, ਮੈਂ ਕਹਿੰਦਾ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਕਿਸੇ ਨਾ ਕਿਸੇ ਦਿਨ ਇਹਦਾ ਸਵਾਲ ਪੈਦਾ ਹੋਏਗਾ ਔਰ ਕੌਮ ਉੱਠ ਕੇ ਉਹਨਾਂ ਨੂੰ ਪੁੱਛੇਗੀ ਕਿ ਤੁਸੀਂ ਕੀ ਕੁਛ ਕੀਤਾ। ਤੇ ਹੁਣ ਵੀ ਜਦੋਂ ਗੱਲ ਇਹ ਪੈਦਾ ਹੁੰਦੀ ਖਾਲਿਸਤਾਨ ਦੀ, ਤੇ ਉਦੋਂ ਇਹੋ ਹੀ ਸਾਹਮਣੇ ਆਉਂਦਾ ਜਿਹੜਾ ਤੁਸੀਂ ਸਵਾਲ ਕੀਤਾ ਸੀ ਕਿ ਕੀ ਪੰਜਾਬ ਦੇ ਵਿੱਚ ਉਹ ਲੋਕ ਕਿੰਨੇ ਕੁ ਹੈ ਜਿਹੜੇ ਖਾਲਿਸਤਾਨ ਚਾਹੁੰਦੇ ਆ। ਦੈਟ ਇਜ਼ ਏ, ਤੁਸੀਂ ਕਹਿ ਰਹੇ 24 ਕੈਰਟ ਗੋਲਡ, ਕਿਉਂਕਿ ਉਹ ਸਾਰੇ ਦੇ ਸਾਰੇ ਮੋਸਟਲੀ ਗੌਰਮੈਂਟ ਦੇ ਨਾਲ ਖੜੇ। ਹਾਂ, ਮੇਰੇ ਨਾਲ ਗੱਲਾਂ ਬਾਤਾਂ ਅੱਜ ਵੀ ਹੋ ਰਹੀਆਂ ਸੀ ਮੈਂ, ਤੇ ਜਦੋਂ ਉਹ ਕਹਿੰਦੇ ਕਿ ਨਹੀਂ ਜੀ ਬਾਹਰ ਸਭ ਕੁਛ ਹੋ ਜਾਣਾ ਠੀਕ, ਤੇ ਮੇਰੀ ਆਰਗੂਮੈਂਟ ਇਹ ਸੀ ਕਿ ਵੇਖੋ, ਜੇ ਮੈਂ ਮਿਸਾਲ ਜਿੱਦਾਂ ਮੈਂ ਤੁਹਾਨੂੰ ਦਿੱਤੀ ਸੀ ਇੱਕ ਫਰਾਂਸ ਦੇ ਸਕਾਲਰ ਦੀ, ਅੱਜ ਸਾਡਾ ਮਸਲਾ ਐਜ਼ ਅ ਸਿੱਖ ਤੁਸੀਂ ਇਹ ਕਹਿ ਲਓ ਇਹ ਆ ਕਿ ਕੀ ਅਸੀਂ ਕੌਮ ਨੂੰ ਇੱਕ ਕੌਮ ਬਣਾਉਣ ਲਈ ਤਿਆਰ ਹਾਂ? ਕਿ ਕੌਮ ਦੇ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਪਿਰਿਟ ਲਿਖੀ ਹੈ ਉਹ ਭਰਨ ਨੂੰ ਤਿਆਰ ਹੈ? ਜਿੰਨਾ ਚਿਰ ਸਿੱਖ ਕੌਮ ਦੇ ਵਿੱਚ ਰੈਫਰਮੇਸ਼ਨ ਨਹੀਂ ਆਉਂਦਾ, ਇੱਕ ਰਿਨੇਸੈਂਸ ਨਹੀਂ ਆਉਂਦਾ, ਉਹਨਾਂ ਚਿਰ ਇਹ ਖਾਮਖਿਆਲੀਆਂ, ਉਹਨਾਂ ਚਿਰ ਅਸੀਂ ਕਿਸੇ ਕੌਮ ਦੇ ਨਾਲ ਤਾਲੁਕ ਨਹੀਂ ਰੱਖਦੇ, ਉਹਨਾਂ ਚਿਰ ਸਾਡਾ ਇਹ ਖਾਬ ਜਿਹੜਾ ਅਧੂਰਾ, ਜਿੰਨਾ ਚਿਰ ਅਸੀਂ ਇੱਕ ਰੈਫਰਮੇਸ਼ਨ ਜਾਂ ਇੱਕ ਰਿਨੇਸੈਂਸ ਪੈਦਾ ਨਹੀਂ ਕਰਦੇ। ਔਰ ਉਹ ਹੁੰਦਾ ਰਿਹਾ ਜੇ ਇਹ ਕੌਮਾਂ ਸਾਰੀ ਦੁਨੀਆ ਤੇ ਛਾ ਗਈਆਂ, ਤੇ ਇਸ ਲਈ ਨਹੀਂ ਵੀ ਇਹ ਤਾਕਤਵਰ ਸੀ, ਵੈਸਟ ਦੀ ਗੱਲ ਮੈਂ ਕਰਦਾ, ਇਸ ਲਈ ਕਿ ਰਿਲੀਜੀਅਸਲੀ ਉਹਨਾਂ ਨੇ ਐਸੇ ਰੈਫਰਮੇਸ਼ਨਸ, ਐਸੇ ਰਿਨੈਂਸੈਂਸ ਪੈਦਾ ਕੀਤੇ ਜਿਹਦੇ ਨਾਲ ਉਹ ਆਪਣੇ ਆਪ ਨੂੰ ਐਡਾ ਵੱਡਾ ਸੁਪੀਰੀਅਰ ਸਮਝਦੇ ਸੀ, ਜਿਹਦੇ ਨਾਲ ਉਹ ਬਾਕੀ ਕੌਮਾਂ ਦੇ ਉੱਤੇ ਡੋਮੀਨੇਟ ਕਰ ਗਏ, ਮੁਲਕਾਂ ਦੇ ਉੱਤੇ ਡੋਮੀਨੇਟ ਕਰ ਰਹੇ, 3/4 ਸਾਰੀ ਵਰਲਡ ਦੇ ਹਿੱਸੇ 'ਤੇ ਡੋਮੀਨੇਟ ਕਰ ਗਏ। ਜੀ ਅੱਛਾ ਡਾਕਟਰ ਸਾਹਿਬ, ਚਲੋ ਹੁਣ ਆਪਾਂ ਮੁੜ ਕੇ ਆਈਏ ਉਸ ਮੂਵਮੈਂਟ ਦੇ ਉੱਤੇ। ਮੂਵਮੈਂਟ ਖਿੰਡਰ ਗਈ 1995-96 'ਚ ਆਉਂਦਿਆਂ ਉਹ ਬਹੁਤ ਰਿਪਰੈਸ਼ਨ ਹੋਇਆ, ਪੁਲਿਸ ਤਸ਼ੱਦਦ ਹੋਇਆ, ਬਹੁਤ ਕੁਝ ਲੋਕ ਜਿਹੜੇ ਆ ਉਹ ਅਜਾਈ ਜਾਨਾਂ ਗਵਾ ਬੈਠੇ, ਬਹੁਤ ਸਾਰੇ ਪੋਲੀਟੀਕਲ ਲੋਕ, ਮੇਰਾ ਇਸ਼ਾਰਾ ਜਿੱਦਾਂ ਬੇਅੰਤ ਸਿੰਘ ਵਰਗੇ ਲੋਕ ਆ ਜਿਹੜੇ ਮੁੱਖ ਮੰਤਰੀ, ਉਹ ਵੀ ਜਹਾਨ ਤੋਂ ਚਲੇ ਗਏ ਉਸ ਜਦੋਜਹਿਦ ਵਿੱਚ, ਤੇ ਬਹੁਤ ਸਾਰੇ ਨੌਜਵਾਨ ਵੀ ਪੁਲਿਸ ਨੇ ਝੂਠੇ ਮੁਕਾਬਲਿਆਂ 'ਚ, ਤੇ ਇੱਕ ਕਿਸਮ ਦਾ ਮਾਹੌਲ ਇੱਦਾਂ ਦਾ ਸਿਰਜਿਆ ਗਿਆ। ਪਰ ਆਖਿਰਕਾਰ ਉਹ ਮੂਵਮੈਂਟ ਜਿਹੜੀ ਸੀ ਉਹਨੂੰ ਪੰਜਾਬ ਦੀ ਧਰਤੀ ਤੋਂ ਲਗਭਗ ਖ਼ਤਮ ਕਰ ਦਿੱਤਾ ਗਿਆ। ਪਰ ਬਹੁਤ ਸਾਰੇ ਲੋਕ ਉੱਥੋਂ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ ਔਰ ਇਹਨਾਂ ਮੁਲਕਾਂ 'ਚ ਆਉਣ ਵਸੇ। ਹੁਣ ਕਿਹਾ ਇਹ ਜਾਂਦਾ ਹੈ ਕਿ ਮੂਵਮੈਂਟ ਜਿਹੜੀ ਆ ਇਹ ਸਾਰੀ ਅਮਰੀਕਾ ਕੈਨੇਡਾ 'ਚੋਂ ਚੱਲਦੀ ਆ, ਪੰਜਾਬ 'ਚ ਮੂਵਮੈਂਟ ਨਹੀਂ ਆ ਜਿੱਦਾਂ ਮੈਂ ਸ਼ੁਰੂ 'ਚ ਕਿਹਾ। ਤੇ ਬਾਹਰ ਬੈਠੀ ਲੀਡਰਸ਼ਿਪ, ਪਹਿਲਾਂ ਗੰਗਾ ਸਿੰਘ ਢਿੱਲੋਂ ਹੋਰੀ ਰਹੇ, ਹੋਰ ਲੀਡਰ ਰਹੇ, ਅਮਰਜੀਤ ਸਿੰਘ ਰੀ ਰਹੇ, ਆਪਣੇ ਖਾਲਿਸਤਾਨ ਦੇ ਬਣੇ ਰਹੇ, ਉਹ ਆਪਣੇ ਪ੍ਰਧਾਨ ਮੰਤਰੀ, ਕਈ ਸਰਕਾਰਾਂ ਬਣਦੀਆਂ ਢਹਿੰਦੀਆਂ ਰਹੀਆਂ, ਬੜਾ ਕੁਝ ਹੁੰਦਾ ਰਿਹਾ। ਤੇ ਉਸ ਮੂਵਮੈਂਟ ਦੇ ਨਾਂ 'ਤੇ ਲੋਕਾਂ ਦੇ ਗੱਫੇ ਵੀ ਚੱਲਦੇ ਰਹੇ, ਪੈਸਾ ਵੀ ਇਕੱਠਾ ਹੁੰਦਾ ਰਿਹਾ, ਲੋਕੀ ਘਰ ਵੀ ਭਰਦੇ ਰਹੇ, ਤੇ ਪਿੱਛੇ ਉਹ ਪਰਿਵਾਰ ਜਿਹੜੇ ਉਹ ਰੁਲ ਗਏ, ਉਹਨਾਂ ਦੇ ਘਰਾਂ 'ਚ ਕਹਿੰਦੇ ਹੁੰਦੇ ਨਾ ਚੁੱਲ੍ਹਿਆਂ 'ਚ ਘਾਹ ਉੱਗ ਗਿਆ, ਉਹਨਾਂ ਦੀ ਸਾਰ ਕਿਸੇ ਨਾਲ ਲਈ। ਹੌਲੀ ਹੌਲੀ ਮੂਵਮੈਂਟ ਨਾਲ ਲੋਕਾਂ ਦਾ ਫਿਰ ਮੋਹ ਭੰਗ ਹੋਣਾ ਸ਼ੁਰੂ ਹੋਇਆ। ਪਰ ਹੁਣ ਵੀ ਖਾਲਿਸਤਾਨ ਦੀ ਜਿਹੜੀ ਮੌਜੂਦਾ ਇੱਕਾ ਦੁੱਕਾ ਲੀਡਰਸ਼ਿਪ ਆ, ਉਹਨੂੰ ਜਿੰਦਾ ਰੱਖਣ ਲਈ ਕੋਈ ਨਾ ਕੋਈ ਨਾਅਰਾ ਦਿੰਦੀ ਰਹਿੰਦੀ ਆ। ਜਿੱਦਾਂ ਪਿਛਲੇ ਸਮੇਂ ਤੋਂ ਪਤਵੰਤ ਸਿੰਘ ਪੰਨੂ ਦੇ ਹੱਥ ਲੀਡਰਸ਼ਿਪ ਆਈ ਹੋਈ ਆ, ਜਾਂ ਉਹਨਾਂ ਲਈ ਹੋਈ ਆ, ਜਾਂ ਉਹਨਾਂ ਗ੍ਰੈਪ ਕਰ ਲਈ ਆ, ਤੇ ਉਹ ਕਹਿੰਦੇ ਨੇ ਕਿ ਰੈਫਰੈਂਡਮ ਕਰਾ ਰਹੇ ਹਾਂ ਅਸੀਂ, ਤੇ ਰੈਫਰੈਂਡਮ ਜਿਹੜਾ ਵਾ ਉਹ ਸਿੱਖ ਉਹ 'ਚ ਵੋਟਾਂ ਪਾਉਣਗੇ, ਤੇ ਅਸੀਂ ਲੋਕਤੰਤਰੀ ਤਰੀਕੇ ਦੇ ਨਾਲ ਇੱਕ ਵੱਖਰਾ ਮੁਲਕ ਸਿਰਜਣ ਦਾ ਯਤਨ ਕਰਾਂਗੇ। ਉਹਨਾਂ ਤਹਈਆ ਕੀਤਾ ਹੋਇਆ ਕਿ ਅਸੀਂ ਵੱਖਰਾ ਮੁਲਕ ਬਣਾਉਣਾ।
ਪਰ ਬਹੁਤ ਸਾਰੇ ਸਿੱਖ ਵਿਦਵਾਨ ਇਸ ਕਰਕੇ ਸਹਿਮਤ ਨਹੀਂ ਆ, ਬਹੁਤ ਸਾਰੇ ਲੋਕ, ਕਿ ਜਿਹੜਾ ਖਾਲਿਸਤਾਨ ਦਾ ਕਨਸੈਪਟ ਆ, ਉਹਦੀ ਧਰਤੀ ਕਿਹੋ ਜਿਹੀ ਹੋਊਗੀ, ਉਹਦੇ ਨਿਯਮ ਕੀ ਹੋਣਗੇ, ਉਹਦਾ ਮਤਲਬ ਇੱਕ ਦੇਸ਼ ਐਵੇਂ ਤਾਂ ਨਹੀਂ ਬਣ ਜਾਂਦਾ ਵੀ ਗੱਲਾਂ ਕੀਤਿਆਂ ਦੇਸ਼ ਬਣ ਜਾਏਗਾ। ਉਹਦੇ ਲਈ ਜਿੱਥੇ ਧਰਾਤਲ ਤੇ ਜਦੋਜਹਿਦ ਹੋਣੀ ਜ਼ਰੂਰੀ ਆ, ਉੱਥੇ ਨਾਲ ਦੀ ਨਾਲ ਉਸ ਕਨਸੈਪਟ ਨੂੰ ਦੁਨੀਆ ਭਰ 'ਚ ਪ੍ਰਚਾਰਨ ਲਈ ਤੇ ਉਹਨੂੰ ਸਾਕਾਰ ਰੂਪ ਦੇਣ ਲਈ ਕੁਝ ਨੀਤੀਆਂ, ਕੁਝ ਚੀਜ਼ਾਂ ਐਸੀਆਂ ਲਿਆ ਕੇ ਰੱਖਣੀਆਂ ਪੈਂਦੀਆਂ ਜਿਹਨੂੰ ਲੋਕ ਦੁਨੀਆ ਮਾਨਤਾ ਦੇਵੇ। ਉੱਥੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਆ ਕਿਤੇ ਮਾੜੀ ਮੋਟੀ ਵੀ ਗੰਭੀਰ ਹੈ ਜਾਂ ਇਹ ਨਾਅਰੇਬਾਜ਼ੀ ਤੋਂ ਕੰਮ ਲੈ ਰਹੀ ਹੈ? ਜੀ ਮੈਂ ਹੁਣ ਜੇ ਇੱਕ ਕੁਐਸਚਨ, ਚਲੋ ਤੁਹਾਡਾ ਮੈਂ ਪੰਨੂ ਹੋਰਾਂ ਦੀ ਗੱਲ ਕਰਦਾ, ਇਜ਼ ਅ ਵੈਰੀ ਕਲੋਜ਼ ਫਰੈਂਡ ਆਫ ਮਾਈਨ, ਜਦੋਂ ਇੱਥੇ ਆਉਂਦੇ ਮਿਲਦੇ ਆ। ਪੋਜੀਸ਼ਨ ਇਹ ਹੈ ਕਿ ਮੈਂ ਇੱਕ ਗੱਲ ਬੜੀ ਕਹਿਣਾ ਚਾਹੁੰਦਾ ਕਿ ਜਦੋਂ ਬੰਦਾ ਇਸ ਲੀਡਰਸ਼ਿਪ ਤੇ ਖੜਾ, ਤੁਸੀਂ ਹੋਵੋ, ਮੈਂ ਹੋਵਾਂ ਜਾਂ ਪੰਨੂ ਹੋਵੇ, ਤੇ ਸਾਨੂੰ ਇੱਕ ਇੱਕ ਸ਼ਬਦ, ਇੱਕ ਇੱਕ ਚੀਜ਼ ਜਿਹੜੀ ਬੜੀ ਸੋਚ ਵਿਚਾਰ ਕੇ ਕਹਿਣੀ ਪੈਂਦੀ। ਜਿਹੜੇ ਤੱਤੇ ਨਾਰੇ ਜਾਂ ਅਨਕੁਆਲੀਫਾਈਡ ਸਟੇਟਮੈਂਟਸ ਆ, ਉਹ ਉਸ ਮੂਵਮੈਂਟ ਨੂੰ ਢਾਹ ਤਾਂ ਲਾ ਸਕਦੀਆਂ ਪਰ ਖੜਾ ਨਹੀਂ ਰੱਖ ਸਕਦੀਆਂ। ਉਹ ਸਾਡੇ ਜਜ਼ਬਾਤਾਂ ਨੂੰ ਤਾਂ ਸੋਹਣੀਆਂ ਲੱਗਦੀਆਂ, ਬੱਲੇ ਬੱਲੇ ਜੀ ਆਹ ਕਹਿਤਾ ਪੰਨੂ ਸਾਹਿਬ। ਮੈਂ ਉਹਨਾਂ ਦੇ ਖਿਲਾਫ ਨਹੀਂ ਹੈਗਾ, ਮੇਰੇ ਦੋਸਤ ਹੈਗੇ, ਪਰ ਮਿਸਾਲ ਦੇ ਤੌਰ 'ਤੇ ਇੱਕ ਮੈਂ ਨਿੱਕੀ ਜਿਹੀ ਮਿਸਾਲ ਦਿੰਦਾ। ਹੁਣੇ ਉਹਨਾਂ ਦੀ ਇੱਕ ਸਟੇਟਮੈਂਟ ਆਈ ਸੀ, ਉਹ ਇਹ ਸੀ ਕਿ ਆਹ ਜਿਹਦੀ ਤੁਹਾਨੂੰ ਲੋੜ ਆ, ਮੈਂ ਨਾਂ ਵੀ ਨਹੀਂ ਲੈਣਾ ਚਾਹੁੰਦਾ, ਉਹ ਮੇਰੇ ਕੋਲ ਬੈਠਾ ਬੰਦਾ, ਆਓ ਜਿਹਨੂੰ ਚਾਹੀਦਾ ਲੈ ਜਾਓ, ਪਰ ਮੈਂ ਤੁਹਾਨੂੰ ਸੋਚ ਵਿਚਾਰ ਕੇ ਕਹਿਣਾ ਚਾਹੁੰਦਾ ਕਿ ਇਹਨੂੰ ਲਿਆਉਣ ਲਈ ਤੁਸੀਂ ਆਪਣਾ ਘਰੋਂ ਅੰਦਾਜ਼ਾ ਲਾ ਕੇ ਆਇਓ, ਸਾਰਾ ਪੜ੍ਹ ਕੇ ਸੋਚ ਵਿਚਾਰ ਕੇ ਆਇਓ, ਇੱਥੋਂ ਤੁਸੀਂ ਜਾਣਾ ਨਹੀਂ। Now this is a statement which goes contrary to the Sikh movement, ਸਮਝਦੇ ਹੋ ਨਾ? ਅੱਛਾ, ਹੁਣ ਗੱਲ ਇਹ ਆ ਕਿ ਜਦੋਂ ਮੈਂ ਇਹਨਾਂ ਨੂੰ ਇਹ ਕਹਿੰਦਾ, ਮੇਰੇ ਨਾਲ ਗੱਲਾਂ ਬਾਤਾਂ ਹਮੇਸ਼ਾ, ਫਾਰਚੂਨੇਟਲੀ ਤੁਸੀਂ ਹੈਰਾਨ ਹੋ ਗਏ, ਮੈਨੂੰ ਇਸ ਪ੍ਰਾਈਡ ਵੀ ਆ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਵੈਸਟ ਵਿੱਚ ਉਹ ਕੁਆਲੀਫਾਈਡ ਸਿੱਖ ਰਿਲੀਜਨ 'ਚ ਮੈਂ ਇੱਕ ਬੰਦਾ ਹੈਗਾ, ਤਾਂ ਕਈ ਵਾਰੀ ਮੈਨੂੰ ਪੁੱਛਦੇ ਰਹਿੰਦੇ ਕਿ ਯੈਸ ਇਹਦੀ ਬਾਬਤ ਅਸੀਂ ਕੀ ਕਰੀਏ। ਹੁਣ ਸਵਾਲ ਇਹ ਵੀ ਹੈ ਸਾਡੇ ਸਾਹਮਣੇ ਕਿ ਵਾਟ ਇਜ਼ ਰਿਫਰੈਂਡਮ। ਜੇ ਮੈਂ ਤੁਹਾਨੂੰ ਵੀ ਪੁੱਛਾਂ ਤੇ ਇਹੋ ਕਿ ਵਾਟ ਇਜ਼ ਰਿਫਰੈਂਡਮ ਹੈ ਕੀ ਆ? ਰਿਫਰੈਂਡਮ ਦਾ ਮੈਂ ਥੋੜੇ ਜਿਹੇ ਸ਼ਬਦਾਂ 'ਚ, ਰਿਫਰੈਂਡਮ ਦਾ ਮਤਲਬ ਆ ਕਿ ਇੱਕ ਪਲੈਬਿਸਾਈਟ, ਬੇਸ਼ੱਕ ਪਲੈਬਿਸਾਈਟ ਥੋੜਾ ਡਿਫਰੈਂਟ ਆ, ਲੋਕ ਰਾਏ ਜਿਸ ਨੂੰ ਕਹਿ ਲਓ। ਪਲੈਬਿਸਾਈਟ ਦਾ ਮਤਲਬ ਇਹ ਆ, ਰੈਫਰੈਂਡਮ ਦਾ ਮਤਲਬ ਆ ਕਿ ਲੋਕਾਂ ਦੀ ਇੱਕ ਦੇਸ਼ ਦੇ ਸਿਟੀਜ਼ਨਸ ਦੇ ਵਿਚਾਰਧਾਰਾ ਉਸ ਕਾਨੂੰਨ ਦੇ ਖਿਲਾਫ ਜਾਂ ਉਸ ਲਾਅ ਦੇ ਖਿਲਾਫ ਜਾਂ ਉਸ ਖਿਆਲਾਤ ਦੇ ਖਿਲਾਫ ਜਿਹੜੇ ਉਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਬਣਾਏ ਆ ਤੇ ਲੋਕਾਂ ਦੇ ਖਿਲਾਫ ਜਾਂਦੇ ਆ, ਉਸ ਕੌਮ ਦਾ, ਉਹਨਾਂ ਦੇ ਸਿਟੀਜ਼ਨਸ ਦਾ ਇੱਕ ਵਿਰੋਧ ਜਿਹੜਾ ਲਿਖਤੀ ਰੂਪ ਦੇ ਵਿੱਚ, ਉਹ ਜਿਹੜਾ ਉਹਨੂੰ ਰੈਫਰੈਂਡਮ ਕਹਿੰਦੇ। ਹੁਣ ਸੋਚਣ ਵਾਲੀ ਗੱਲ ਜਿਹੜੀ ਆ ਉਹ ਹੈ ਕਿ ਉਹ ਬਾਰ-ਬਾਰ ਇਹ ਗੱਲ ਕਹਿੰਦਾ ਕਿ ਉਸ ਕੌਮ ਦੇ ਸਿਟੀਜ਼ਨਸ। ਸਵਾਲ ਤਾਂ ਹੈ ਕਿ ਜਿਹੜੇ ਸਿਟੀਜ਼ਨ ਉੱਥੇ ਰਹਿ ਰਹੇ ਆ, ਕਿ ਉਹਨਾਂ ਦੀ ਰਾਇਸ਼ੁਮਾਰੀ ਜਿਹੜੀ ਆ ਉਹ ਰੈਫਰੈਂਡਮ ਬਣੂ ਕਿ ਕੀ ਜਿਹੜੇ ਅਮਰੀਕਾ, ਕੈਨੇਡਾ ਜਾਂ ਅਮਰੀਕਾ ਜਾਂ ਇੰਗਲੈਂਡ ਜਾਂ ਫਰਾਂਸ ਜਾਂ ਇਟਲੀ ਦੇ ਵਿੱਚ ਰਹਿ ਰਹੇ, ਉਹਨਾਂ ਦਾ ਤਾਂ ਰੈਫਰੈਂਡਮ ਫਿਰ ਉਹ ਸਿਟੀਜ਼ਨ ਸਾਡੇ ਤਾਂ ਹੈ ਨਹੀਂ, ਉਹਨਾਂ ਦਾ ਰੈਫਰੈਂਡਮ ਤਾਂ ਬੇਕਾਰ ਹੋਇਆ। ਮੇਰਾ ਮਤਲਬ ਕਹਿਣ ਦਾ ਕਿ ਜੇ ਅਸੀਂ ਲੋਕਾਂ ਨੂੰ ਧੋਖੇ 'ਚ ਰੱਖਾਂਗੇ ਔਰ ਉਹਨਾਂ ਦੀ ਜਿਹੜੀ ਤੁਸੀਂ ਇਹ ਕਹਿ ਲਓ ਕਿ ਇਗਨੋਰੈਂਸ ਕਹਿ ਲਓ, ਹੁਣ ਸਾਰੇ ਲੋਕ ਸਾਡੇ ਪੜ੍ਹੇ ਲਿਖੇ ਤਾਂ ਹੈ ਨਹੀਂ, ਉਹ ਇੱਕ ਗੱਲ ਦੇ ਉੱਤੇ ਕੋਈ ਆਲੋਚਨਾ ਨਹੀਂ ਕਰ ਸਕਦੇ। ਤੇ ਜੇ ਇੱਕ ਸਿਟੀਜ਼ਨ ਜਿਹੜਾ ਉਹ ਆਪਣੀ ਰਾਏ ਦਾ, ਤੇ ਤੁਸੀਂ ਐਜ਼ ਏ ਕੈਨੇਡੀਅਨ, ਮੈਂ ਐਜ਼ ਏ ਕੈਨੇਡੀਅਨ, ਮੈਨੂੰ ਤਾਂ ਹੱਕ ਹੀ ਨਹੀਂ ਬਣਦਾ ਕਿ ਉਹ ਰੈਫਰੈਂਡਮ ਦੇ ਵਿੱਚ ਹਿੱਸਾ ਲਵਾਂ। ਠੀਕ ਹੈ ਨਾ? ਅੱਛਾ, ਹੁਣ ਤੁਸੀਂ ਹੈਰਾਨ ਹੋ ਕਿ ਇਸ ਵੇਲੇ ਵੀ ਜਦੋਂ 1947 'ਚ ਜਦੋਂ ਰੌਲਾ ਪਿਆ, ਤੇ ਜਦੋਂ ਤੁਸੀਂ ਹੈਰਾਨ ਹੋ ਗਏ, ਬੜੀ ਦੁੱਖ ਵਾਲੀ ਗੱਲ ਹੈ ਕਿ ਅੱਜ ਤਾਈਂ ਮੈਂ ਪੁਰਾਣੇ ਬੁੜੇ ਜਿਹੜੇ ਮੇਰੇ ਏਜ ਗਰੁੱਪ ਆ ਜਾਂ ਮੇਰੇ ਤੋਂ ਵੱਡੇ, ਉਹਨਾਂ ਨੂੰ ਕਿਸੇ ਨੂੰ ਨਹੀਂ ਇਹ ਮੈਂ ਕਹਿੰਦੇ ਸੁਣਿਆ ਕਿ ਜਦੋਂ ਆਜ਼ਾਦੀ ਆਈ, ਉਹ ਕਹਿੰਦੇ ਹੁੰਦੇ ਜਿੱਦਣ ਜੀ ਉਹ ਵੱਡ ਵਡਾਂਗਾ ਹੋਇਆ, ਉਹ ਜਦੋਂ ਜੀ ਮਤਲਬ ਰੌਲੇ ਪਏ, ਉਹ ਜਦੋਂ ਜੀ ਅਜ਼ਰਾ ਬਦਲੀ ਹੋਈ। ਪਰ ਅੱਜ ਤਾਈਂ ਮੈਂ ਕਦੀ ਇੱਕ ਵੀ ਬੰਦੇ ਕੋਈ ਨਹੀਂ ਸੁਣਿਆ ਕਿ ਜਦੋਂ ਅਸੀਂ ਆਜ਼ਾਦ ਹੋਏ, ਤੇ ਆਜ਼ਾਦ ਤੇ ਅਸੀਂ ਹੁਣ ਵੀ ਨਹੀਂ ਹੋਏ। ਮੈਂ ਕਹਿੰਦਾ ਉਹ ਇੱਦਾਂ ਕਹਿ ਲਓ ਕਿ
ਪਗੜੀਆਂ ਦਾ ਹੀ ਫਰਕ ਪਿਆ ਕਿ ਪਹਿਲੋਂ ਗੋਰਿਆਂ ਦੀਆਂ ਟੋਪੀਆਂ ਸੀ, ਹੁਣ ਪਗੜੀਆਂ ਕਿਸੇ ਦੀਆਂ ਲਾਲ ਹੋ ਗਈਆਂ, ਕਿਸੇ ਦੀਆਂ ਨੀਲੀਆਂ ਹੋ ਗਈਆਂ, ਕਿਸੇ ਦੀਆਂ ਪਗੜੀਆਂ ਹੋ ਗਈਆਂ। ਆਜ਼ਾਦੀ ਤੋਂ ਹੋਈ ਨਾ। ਮੇਰਾ ਮਤਲਬ ਕਹਿਣ ਦਾ ਹੈ ਕਿ ਜਦ ਤੱਕ ਇੱਕ ਕੌਮ ਦੀ ਰੈਫਰੈਂਡਮ ਉਹੀ ਐਕਸੈਪਟੇਬਲ ਹੋਊਗੀ, ਅਸੀਂ ਕਿਹਨੂੰ ਜਾ ਕੇ ਕਹਾਂਗੇ ਕਿ ਆਹ ਸਾਡਾ ਕੌਨਸਟੀਟਿਊਸ਼ਨ ਆ, ਆਹ ਸਾਡਾ ਲਾਅ ਹੈ। ਬੜੀ ਦੇਰ ਦੀ ਗੱਲ ਹੈ, ਜਦੋਂ ਮੈਨੂੰ ਇੱਕ ਵਾਰੀ ਮੇਰੇ ਬੜੇ ਅੱਛੇ ਦੋਸਤ ਸੀ ਸੁਖਵਿੰਦਰ ਹੰਸਲੇ ਵਿਚਾਰੇ ਚਲੇ ਗਏ, ਮੈਨੂੰ ਕਹਿੰਦੇ ਵੀ ਖਾਲਿਸਤਾਨੀਆਂ ਦਾ ਇੱਕ ਕੌਨਸਟੀਟਿਊਸ਼ਨ ਲਿਖ ਸਕਦੇ? ਮੈਂ ਹੈਰਾਨ ਜਿਹਾ ਹੋ ਗਿਆ। ਮੈਂ ਕਿਹਾ ਹਾਂ ਲਿਖ ਸਕਦਾ। ਤੇ ਤੀਜੇ ਚੌਥੇ ਦਿਨ ਕਹਿੰਦੇ ਤੁਸੀਂ ਲਿਖਿਆ? ਉਹ ਮੈਂ ਕਿਹਾ ਭਾਈ ਮੈਨੂੰ ਤੂੰ ਘੱਟੋ ਘੱਟ ਉਹ ਸਕਾਲਰ ਦੇ ਘੱਟੋ ਘੱਟ 15 ਤੋਂ 20 ਜਿਹੜੇ ਮੇਰੇ ਨਾਲ ਬੈਠ ਕੇ ਲਿਖਣਾ, ਐਂਡ ਇਟ ਵਿਲ ਟੇਕ ਐਟਲੀਸਟ 5 to 6 months। ਇਹ ਕੋਈ ਮਤਲਬ ਆਰਟੀਕਲ ਲਿਖਣਾ ਜਾਂ ਮੈਂ ਜਿਹੜਾ ਕੀ ਕਹਿੰਦੇ ਸੰਪਾਦਕੀ ਲਿਖਣੀ ਜਿਹੜੀ ਮੈਂ ਲਿਖ ਕੇ ਤੈਨੂੰ ਫੜਾ ਦਵਾਂ? ਚਲੋ ਕਹਿੰਦਾ ਰਹਿਣ ਦਿਓ, ਮੈਂ ਹੁਣ ਲਿਖ ਹੀ ਲਈ ਹੈ, ਬਣਾ ਹੀ ਲਿਆ। ਤੇ ਮੈਨੂੰ ਇਹ ਦੱਸੋ ਵੀ ਉਹ ਕੌਨਸਟੀਟਿਊਸ਼ਨ ਮੈਂ ਪੜ੍ਹਿਆ ਵੀ ਆ ਤੇ ਉਹ ਡੈਮੋਕ੍ਰੈਟਿਕ ਨਕਸ਼ਾ ਵੀ ਮੈਂ ਦੇਖਿਆ, ਤੁਸੀਂ ਵੀ ਦੇਖਿਆ ਹੋਣਾ। ਇਹ ਇੱਕ ਕੌਮ ਨੂੰ ਹੁਣ ਜੇ ਮੈਨੂੰ ਤੁਸੀਂ ਕਹੋ ਕਿ ਓਕੇ ਕੱਲ ਹਿੰਦੁਸਤਾਨ ਮੰਨ ਜਾਂਦਾ ਕਿ ਆਹ ਮੇਰਾ ਰੈਫਰੈਂਡਮ ਤੁਹਾਡਾ ਮੈਂ ਐਕਸੈਪਟ ਕਰ, ਆਓ ਸਾਡੇ ਨਾਲ ਨੈਗੋਸ਼ੀਏਟ ਕਰੋ। ਪਹਿਲੀ ਚੀਜ਼ ਤਾਂ ਮੈਨੂੰ ਇਹ ਦੱਸੋ ਵੀ ਉਹ ਕਿਹੜੀ ਟੀਮ ਹੈ ਜਿਹੜੀ ਜਾ ਕੇ ਪੋਲੀਟੀਕਲ ਪਾਰਟੀ ਹੈ ਜਿਹੜੀ ਜਾ ਕੇ ਕਹੋਗੇ ਕਿ ਯੈਸ ਅਸੀਂ ਸਿੱਖਾਂ ਦੇ ਰੈਪ੍ਰੈਜ਼ੈਂਟੇਟਿਵ ਸਾਨੂੰ ਹੈਂਡ ਓਵਰ ਕਰੋ? ਨਨ, not even a single one. They are divided among themselves like anything. ਡਾਕਟਰ ਸਾਹਿਬ ਜਿਹੜਾ ਇਹ ਰੌਲਾ ਵਾ ਰੈਫਰੈਂਡਮ ਦਾ, ਇਹਦਾ ਮਕਸਦ ਕੀ ਆ? ਇੱਕ ਸੈਕਿੰਡ ਮੈਂ ਉਹੀ ਦੱਸ, ਨਾ ਹੀ ਸਾਡੇ ਕੋਲ ਕੋਈ ਕੌਨਸਟੀਟਿਊਸ਼ਨ ਹੈ ਕਿ ਅਸੀਂ ਲੋਕਾਂ ਨੂੰ ਕਨਵਿੰਸ ਕਰੀਏ ਵੀ ਆਹ ਸੈਕੂਲਰ ਸਟੇਟ ਅਸੀਂ ਬਣਾਉਣਾ ਚਾਹੁੰਦੇ। ਸੈਕੂਲਰ ਸਟੇਟ ਦਾ ਅੱਜ ਦਾ ਮਜ਼ਾਰਾ ਜਿਹੜਾ ਉਹ ਇਹ ਹੈ ਕਿ ਇੱਕ ਖਾਲਿਸਤਾਨ ਤਾਂ ਥਿਓਕ੍ਰੈਟਿਕ ਸਟੇਟ ਆ, ਸੈਕੂਲਰ ਤਾਂ ਬਣੀ ਨਹੀਂ। ਹੁਣ ਜਿਹੜਾ ਨਾਰਾ ਤੁਸੀਂ ਜਿਹੜੀ ਗੱਲ ਕੀਤੀ ਲਾ ਰਹੇ ਕਿ ਉੱਥੇ ਜੀ ਇੱਦਾਂ ਹੋ ਜਾਊਗਾ, ਉੱਥੇ ਅਸੀਂ ਹੁਣ ਮਤਲਬ ਇਹ ਲੋਕਾਂ ਦੀ ਸਮਝ ਤੋਂ ਮੈਂ ਕੈਟੇਗੋਰੀਕਲੀ ਕਹੂੰਗਾ ਕਿ ਮੰਨ ਜਾਓ ਇਹ ਗੱਲ, ਇਹ ਇੱਕ ਸਟੈਪ ਤਾਂ ਹੋ ਸਕਦਾ ਰੈਫਰੈਂਡਮ, ਪਰ ਇਹ ਨਹੀਂ ਮਤਲਬ ਕੱਲ ਉੱਥੇ ਜੀ ਇਹ ਵੋਟ ਪੈ ਗਏ ਤਾਂ ਹੁਣ ਉਹ ਤੁਹਾਨੂੰ ਹੁਕੂਮਤ ਫੜਾ ਦੇਣਗੇ। ਇਸ ਐਬਸੋਲੂਟਲੀ ਰੌਂਗ, ਇੱਦਾਂ ਨਹੀਂ ਗੱਲ ਬਣਦੀ। ਉਹ ਇਹ ਆ ਕਿ ਉਹ ਇੱਕ ਓਪੀਨੀਅਨ ਹੈ। ਓਪੀਨੀਅਨ ਪੋਲ ਜਿਹੜਾ ਉਹ ਵੀ ਕਿਹੜਾ ਗਵਰਨਮੈਂਟ ਕਰਾ ਰਹੀ ਜਾਂ UN ਕਰਾ ਰਹੀ, ਉਹ ਇੱਕ ਪ੍ਰਾਈਵੇਟ ਏਜੰਸੀਆਂ ਸਪੋਂਸਰਡ ਬਾਈ ਦਾ UN, ਉਹ ਵੱਡੇ ਵੱਡੇ ਜੱਜ, ਬਹੁਤ ਵੱਡੇ ਵੱਡੇ ਲੋਕ ਉਹ ਪੈਸੇ ਲੈਂਦੇ, ਉਹ ਕਰ ਦੇਣਗੇ ਰੈਫਰੈਂਡਮ। ਕੀ ਉਸ ਰੈਫਰੈਂਡਮ ਨੂੰ ਗਾਂ ਜਿਹੜੀ ਸੋਚਣ ਵਾਲੀ ਗੱਲ, ਕੀ ਹਿੰਦੁਸਤਾਨ ਉਹਨੂੰ ਮੰਨੂਗਾ? ਹਿੰਦੁਸਤਾਨ ਕਹੂਗਾ ਨੋ, ਵੀ ਆਰ ਨਾਟ ਗੋਇੰਗ ਟੂ ਡੂ ਇਟ। ਅਲਟੀਮੇਟਲੀ ਜਿੰਨਾ ਚਿਰ ਇਹ ਮੂਵਮੈਂਟ ਹਿੰਦੁਸਤਾਨ 'ਚੋਂ ਪੈਦਾ ਨਹੀਂ ਹੋਊਗੀ ਉਹਨਾਂ ਚਿਰ ਇਹ ਸਾਰੀਆਂ ਬੇਕਾਰ ਆਪਣੀ ਬੜੌਤੀ ਲਈ ਗੱਲਾਂ ਬਾਤਾਂ ਹੀ ਆ, ਹੋਰ ਇਹਦੇ 'ਚ ਕੁਛ ਮੈਨੂੰ ਨਜ਼ਰ ਨਹੀਂ। ਡਾਕਟਰ ਸਾਹਿਬ ਚਲੋ ਮੈਂ ਕਿਸੇ 'ਤੇ ਇਲਜ਼ਾਮ ਨਹੀਂ ਲਾਉਂਦਾ, ਪਰ ਲੋਕ ਕਹਿੰਦੇ ਆ ਕਿ ਇਹ ਲੋਕ ਜਿਹੜੇ ਆ ਇਹ ਬਹੁਤ ਸਾਰੀਆਂ ਏਜੰਸੀਆਂ ਲਈ ਕੰਮ ਕਰਦੇ ਆ, ਬਹੁਤ ਸਾਰੇ ਵੈਸਟਰਨ ਇੰਟਰਸਟ ਇਹਨਾਂ ਦੇ ਆਪਣੇ, ਅਤੇ ਕੁਝ ਕੰਟਰੀਜ਼ ਜਿਹੜੇ ਨੇ ਉਹ ਚਾਹੁੰਦੇ ਰਹਿੰਦੇ ਨੇ ਕਿ ਇਸ ਤਰ੍ਹਾਂ ਦਾ ਕੋਈ ਨਾ ਕੋਈ ਮਸਲਾ ਛਿੜਿਆ ਰਵੇ ਅਤੇ ਸਾਡੀ ਚੌਧਰ ਵੀ ਬਣੀ ਰਵੇ। ਚਲੋ ਉਹ ਗੱਲਾਂ ਆਪਾਂ ਸਾਰੀਆਂ ਛੱਡ ਦਿੰਦੇ ਹਾਂ। ਮੈਂ ਤੁਹਾਡੇ ਕੋਲ ਹਿਸਟੋਰੀਕਲ ਤੌਰ 'ਤੇ ਜਾਣਨਾ ਚਾਹੁੰਦਾ ਵੀ ਦੁਨੀਆ 'ਚ ਅੱਜ ਤੱਕ ਕਿੰਨੇ ਮੁਲਕ ਬਣੇ ਆ ਜਿਹੜੇ ਰੈਫਰੈਂਡਮ ਨੂੰ ਬੇਸ ਮੰਨ ਕੇ ਬਣੇ ਹੋਣਗੇ? ਇਤਿਹਾਸ 'ਚ ਤੁਹਾਡੀ ਨਜ਼ਰ 'ਚ ਕੋਈ ਆਉਂਦਾ? ਇੱਕ ਵੱਡਾ ਰੈਫਰੈਂਡਮ ਦਾ ਰੌਲਾ ਪਾਰਟੀਸ਼ਨ ਤੋਂ ਚੱਲਦਾ ਸੁਣਦਾ ਆ ਰਿਹਾ ਕਸ਼ਮੀਰ ਇਸ਼ੂ ਦੇ ਉੱਤੇ, ਜਿਹੜਾ ਕਦੀ ਹੋਇਆ ਹੀ ਨਹੀਂ। ਕਿਹਾ ਜਾਂਦਾ ਕਿ UN ਨੇ ਕਿਹਾ ਸੀਗਾ ਜੀ ਇੱਕ ਰੈਫਰੈਂਡਮ ਹੋਊਗਾ, ਲੋਕ ਜਿੱਥੇ ਚਾਹਣਗੇ ਚਲੇ ਜਾਣਗੇ। ਪਾਕਿਸਤਾਨ ਵਾਲੇ ਅੱਜ ਵੀ ਉਹ ਪਲੀ ਲਈ ਜਾਂਦੇ ਆ, ਪਰ ਕੀ ਕੋਈ ਰੈਫਰੈਂਡਮ ਸਿਰੇ ਚੜਿਆ? ਜੇ ਹੋਇਆ, ਪਹਿਲੀ ਗੱਲ ਤਾਂ ਹੋਇਆ ਕਿੱਥੇ ਜੇ ਹੋਇਆ ਤਾਂ ਸਿਰੇ ਚੜਿਆ। ਕੈਟਲੋਨੀਆ ਦੀ ਮੈਂ ਤੁਹਾਨੂੰ ਮਿਸਾਲ ਇੱਕ ਦਿੱਤੀ ਸੀ, ਸਾਡੇ ਸਮਿਆਂ 'ਚ ਹੁਣੇ ਹੋਇਆ, ਜਿਹਨੂੰ ਕਿਸੇ ਨੇ ਗੋਲਿਆ ਤੱਕ ਨਹੀਂ, ਹਾਲਾ ਉਹ ਪ੍ਰੂਵ ਹੋ ਗਿਆ ਸੀ, ਬਹੁਤੇ ਲੋਕ ਜਾਣਾ ਚਾਹੁੰਦੇ ਸੀਗੇ। ਅਤੇ ਜਦੋਂ ਤੱਕ ਹਾਲਾ ਉਹ ਕਰਾਇਆ ਵੀ ਸਟੇਟ ਨੇ ਸੀਗਾ ਖੁਦ, ਅਤੇ ਜਦੋਂ ਸਟੇਟ ਇਨਵੋਲਵ ਨਹੀਂ, ਸਟੇਟ ਉਸ ਚੀਜ਼ ਨੂੰ ਮੰਨ ਨਹੀਂ ਰਹੀ, ਉੱਥੋਂ ਦੇ ਲੋਕ ਤੁਹਾਡੇ ਨਾਲ ਨਹੀਂ, ਅਤੇ ਫਿਰ ਰੈਫਰੈਂਡਮ ਜਿਹੜਾ ਆ ਇਹਦਾ ਜਿਹੜਾ ਨਾਅਰਾ ਆ, ਜਿਵੇਂ ਤੁਸੀਂ ਕਹਿ ਹੀ ਦਿੱਤਾ ਕਿ ਇੱਕ ਫੋਕੀ ਹਵਾਬਾਜੀ ਹੈ, ਤੋਂ ਵੱਧ ਕੁਝ ਨਹੀਂ। ਅਤੇ ਮੈਨੂੰ ਥੋੜ੍ਹਾ ਜਿਹਾ ਹਿਸਟੋਰੀਕਲ ਪ੍ਰਸੰਗ 'ਚ ਦੱਸ ਦਿਓ, ਟਾਈਮ 'ਤੇ ਆਪਣਾ ਹੋ ਗਿਆ, ਕਿ ਕੋਈ ਰੈਫਰੈਂਡਮ ਨਾਲ ਮੁਲਕ ਬਣੇ ਕਦੀ? ਨੋ, ਨਾਟ ਅ ਸਿੰਗਲ ਵਨ। ਅੱਜ ਤੇ ਮੈਂ ਤਾਂ ਦੇਖਿਆ ਨਹੀਂ। ਹੁਣ ਸਾਡੇ ਵੀ ਮੁਲਕ ਦੇ ਵਿੱਚ ਕਿਊਬੈਕ ਦਾ ਰੈਫਰੈਂਡਮ ਹੁੰਦਾ ਰਹਿੰਦਾ ਹਰ 10 ਸਾਲ ਦੇ ਬਾਅਦ। ਅੱਛਾ, ਉਹਦਾ ਪਰ ਕਿਉਂਕਿ ਬਹੁਤ ਐਡਵਾਂਸ ਡੈਮੋਕ੍ਰੈਟਿਕ ਸਿਸਟਮ ਹੈ, ਜੇ ਕਿਤੇ ਸਾਡੇ ਵਾਲਾ ਹਿਸਾਬ ਹੋਵੇ ਤਾਂ ਹਰ ਸਾਲ ਹੀ ਕਤਲ ਹੁੰਦੇ ਰਹੇ। ਪਰ ਉਹ ਕਦੀ ਵੀ ਇਹ ਪਾਸ ਨਹੀਂ ਹੋਣਾ ਕਿ ਉਹ ਅਲੱਗ ਹੋ ਜਾਣ, ਤੇ ਨਾ ਹੋਣਾ ਚਾਹੀਦਾ, ਤੇ ਨਾ ਰੈਫਰੈਂਡਮ ਨਾਲ ਕਦੀ ਕੋਈ ਮੁਲਕ ਬਣਿਆ। ਤੇ ਜਿਹੜਾ ਨਾਰਾ ਸੀ ਕਿ 1900 ਰੈਫਰੈਂਡਮ 2020 ਲੰਘ ਗਿਆ,
ਕਿਤੇ ਰੈਫਰੈਂਡਮ ਨਹੀਂ ਹੋਇਆ। ਹੁਣ ਉਹਦੀ ਕੀ ਮਿਆਦ ਵੱਧ ਗਈ ਹੈ ਜੀ? ਕੀ ਹੋਈ? ਰੈਫਰੈਂਡਮ ਦੀ ਗੱਲ ਤੇ ਅੱਜ ਵੀ ਸੁਣਦੇ ਆ, ਪਰ ਹੋਣਾ ਕਦੋਂ ਆ, ਕਿਵੇਂ ਹੋਣਾ, ਇਹਦੇ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਆ। ਇਹ ਰੀਸੈਂਟਲੀ ਮੈਂ ਇੱਕ ਸਟੇਟਮੈਂਟ ਸੁਣ ਕੇ ਆਇਆ ਜਦੋਂ ਤੁਹਾਡਾ ਫੋਨ ਆਇਆ ਸੀ। ਉਹਦੇ 'ਚ ਇਹ ਸੀ ਕਿ ਲਓ ਜੀ 15 ਅਗਸਤ ਦੇ ਵਿੱਚ ਨੂੰ ਤਾਂ ਹੈਗੀ ਆ ਨਾ ਆਜ਼ਾਦੀ ਦਾ ਦਿਨ, ਤੇ 17 ਨੂੰ ਮਤਲਬ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਟੋਰਾਂਟੋ ਦੀਆਂ। ਤਾਂ ਮੈਂ ਕਿਹਾ ਭਾਈ 17 ਅਗਸਤ ਨੂੰ ਸਹੀ, ਜਿਹਨੂੰ ਤੂੰ ਦੱਸ ਰਿਹਾ ਉਹ 17 ਸੈਪਟੰਬਰ ਨੂੰ ਤੁਹਾਡਾ ਹੈਗਾ ਪ੍ਰੋਗਰਾਮ। ਅੱਛਾ, ਹੁਣ ਉਹੀ ਜਿਹੜੀ ਸਾਡੀ ਜਜ਼ਬਾਤੀ ਤੌਰ 'ਤੇ ਸਾਡੀ ਜਿਹੜੀ ਅਟੈਚਮੈਂਟ ਆ, ਉਹ ਸਾਡੀ ਜਿਹੜੀ ਆ ਇੰਟਲੈਕਟ ਜਿਹੜਾ ਉਹਨੂੰ ਮਾਰਦੀ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ। ਇਸ ਲਈ ਮੈਂ ਮਹਿਸੂਸ ਕਰਦਾ ਕਿ ਸਾਨੂੰ ਜੇ ਚਾਹੀਦਾ ਵੀ ਆ, ਆਈ ਸਟੈਂਡ ਬਾਈ ਦੈਮ, ਆਈ ਲਵ ਦੈਮ, ਦੇ ਆਰ ਵੈਰੀ ਗੁੱਡ ਪੀਪਲ, ਆਈ ਲਵ ਸਿੱਖ ਪੀਪਲ। ਪਰ ਮਤਲਬ ਇਹ ਨਹੀਂ ਹੈਗਾ ਕਿ ਮੈਂ ਉਹਨਾਂ ਨੂੰ ਕਮਲਵਾਦ ਵੱਲ ਨਹੀਂ ਮੈਂ ਤੋਰਨਾ ਚਾਹੁੰਦਾ। ਮੈਂ ਉਹਨਾਂ ਨੂੰ ਇੱਕ ਰਾਈਟ ਸੇਧ ਤਾਂ ਦੇ ਸਕਦਾ, ਪਰ ਮੈਂ ਉਹਨਾਂ ਨੂੰ ਡਿਵੀਏਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਮੇਰਾ ਕੋਈ ਇੰਟਰਸਟ ਨਹੀਂ ਹੈਗਾ। ਅਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੇ ਲੋਕ ਆ ਉਹਨਾਂ ਦੇ ਆਪਣੇ ਆਪਣੇ ਇੰਟਰਸਟ ਹੈ, ਯੈਸ ਹੋ ਸਕਦੇ, ਪਰ ਮੈਂ ਉਹਦੇ ਬਾਬਤ ਕੁਛ ਨਹੀਂ ਕਰਨਾ ਚਾਹੁੰਦਾ। ਸੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਕਿ ਕਦੀ ਰੈਫਰੈਂਡਮਾਂ ਕਰਾਉਣ ਦੇ ਨਾਲ ਮੁਲਕ ਨਹੀਂ ਬਣਦੇ। ਮੁਲਕ ਬਣਾਉਣ ਲਈ ਇੱਕ ਲੰਬੀ ਜੱਦੋ-ਜਹਿਦ ਅਤੇ ਇੱਕ ਵਿਚਾਰਧਾਰਕ ਲੜਾਈ ਲੜਨੀ ਪੈਂਦੀ ਆ। ਉਹਦੇ ਪਿੱਛੇ ਬਹੁਤ ਲੰਬੀ ਚੌੜੀ ਪਲਾਨਿੰਗ ਹੁੰਦੀ ਆ ਅਤੇ ਬਹੁਤ ਸਾਰੇ ਵਿਦਵਾਨ ਸਿਰ ਜੋੜ ਕੇ ਬੈਠਦੇ ਆ ਅਤੇ ਉਹ ਧਰਾਤਲ ਤੋਂ ਗੱਲਬਾਤ ਸ਼ੁਰੂ ਕਰਕੇ ਲੋਕਾਂ ਨੂੰ ਆਪਣੇ ਕਲਾਵੇ 'ਚ ਲੈ ਕੇ, ਲੋਕਾਂ ਨੂੰ ਆਪਣੀ ਵਿਚਾਰਧਾਰਾ ਨਾਲ ਜੋੜ ਕੇ ਇੱਕ ਹਕੀਕੀ ਮੁਲਕ ਬਣਾਉਣ ਵਾਲੇ ਉਹ ਸਾਰੇ ਹੀ ਮੁੱਦੇ ਵਿਚਾਰਦੇ ਆ ਜਿਨ੍ਹਾਂ ਨੂੰ ਲੈ ਕੇ ਕੋਈ ਮੁਲਕ ਜਿਹੜਾ ਆ ਉਹ ਦੁਨੀਆ ਦੇ ਨਕਸ਼ੇ 'ਤੇ ਬਣ ਸਕਦਾ। ਜੇ ਅਸੀਂ ਹਵਾ 'ਚ ਤੀਰ ਮਾਰਦੇ ਰਵਾਂਗੇ ਅਤੇ ਕਦੀ ਪਾਕਿਸਤਾਨ ਵਾਲਾ ਪੰਜਾਬ ਰਲਾ ਕੇ ਲੈ ਲਿਆ, ਕਦੀ ਹਿਮਾਚਲ ਹਰਿਆਣਾ ਰਲਾ ਲਿਆ ਅਤੇ ਕਦੀ ਦਿੱਲੀ ਨੂੰ ਵਿੱਚ ਰਲਾ ਲਿਆ, ਅਤੇ ਜਿਹੋ ਜਿਹਾ ਲੀਡਰ ਉੱਠਦਾ ਉਹੋ ਜਿਹਾ ਬਿਆਨ ਦੇ ਦਿੰਦਾ। ਖਾਲਿਸਤਾਨ ਤੇ ਦੂਰ ਦੀ ਗੱਲ, ਇਹ ਸਿੱਖਾਂ ਦੇ ਲਈ ਵੀ ਕਿਸੇ ਤਰ੍ਹਾਂ ਵੀ ਸ਼ੁਭ ਸੰਕੇਤ ਨਹੀਂ ਆ। ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲੀ ਗੱਲ ਹੈ ਅਤੇ ਇਸ ਚੀਜ਼ ਤੋਂ ਬਚ ਕੇ ਰਹਿਣ ਦੀ ਲੋੜ ਮੈਂ ਸਮਝਦਾ। ਡਾਕਟਰ ਸਾਹਿਬ ਹਾਂਜੀ, ਹਰਜੀਤ ਸਿੰਘ ਜੀ, ਅਗਲੇ ਹਫ਼ਤੇ ਸੋਮਵਾਰ ਨੂੰ ਆਪਾਂ ਭਾਰਤ ਦੀ ਆਜ਼ਾਦੀ ਦੇ ਉੱਤੇ ਇੰਡੀਪੈਂਡੈਂਸ ਡੇ 'ਤੇ ਗੱਲਬਾਤ ਕਰਾਂਗੇ। ਔਰ ਸੁਣਦੇ ਰਹਿਣਾ, ਉਹ ਬੜੀ ਇੱਕ ਡੀਪਲੀ ਰੂਟਿਡ ਗੱਲਬਾਤ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਾਂਗਾ। ਬਹੁਤ ਜ਼ਰੂਰੀ ਡਾਕਟਰ ਸਾਹਿਬ। ਅਤੇ ਭਾਰਤ ਬਹੁਤ ਤੇਜ਼ੀ ਨਾਲ ਹਿੰਦੂ ਰਾਸ਼ਟਰਵਾਦ ਵੱਲ ਵੱਧ ਰਿਹਾ, ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ। ਉਹਦੇ 'ਤੇ ਵੀ ਗੱਲ ਕਰਾਂਗੇ ਕਿ ਕੀ ਕਦੀ ਹਿੰਦੂ ਦੇਸ਼ ਰਿਹਾ ਵਾ ਭਾਰਤ। ਮੈਂ ਜਿਹੜੇ ਇਤਿਹਾਸਕਾਰ ਉਹਨਾਂ ਦਾ ਕਹਿਣਾ ਹੈ ਕਿ ਵੈਦਿਕ ਕਾਲ ਦੇ ਵੇਲੇ ਵੀ ਕਦੀ ਹਿੰਦੂ ਸਟੇਟ ਨਹੀਂ ਸੀ ਹੁੰਦਾ ਭਾਰਤ। ਉਦੋਂ ਵੀ ਜੈਨ, ਬੁੱਧ ਅਤੇ ਇਸਲਾਮ ਦੀਆਂ ਵੱਖਰੀਆਂ ਵੱਖਰੀਆਂ ਧਰਾਵਾਂ ਸੀਗੀਆਂ। ਉੱਥੇ ਹਿੰਦੂ ਮੰਤਰ ਤੇ ਪੜ੍ਹੇ ਜਾਂਦੇ ਸੀ ਕੁਝ ਖਿੱਤਿਆਂ 'ਚ, ਪਰ ਕਦੀ ਵੀ ਭਾਰਤ ਹਿੰਦੂ ਰਾਸ਼ਟਰ ਨਹੀਂ ਰਿਹਾ ਅਤੇ ਨਾ ਹੀ ਅੱਗੇ ਅੱਜ ਦੇ ਯੁੱਗ 'ਚ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਬਣਦੀ ਆ। ਜਿਹੜੇ ਲੋਕ ਖਾਲਿਸਤਾਨ ਵਰਗਾ ਰੌਲਾ ਪਾਉਂਦੇ ਆ, ਇਹੋ ਜਿਹੇ ਹੀ ਲੋਕਾਂ ਨੂੰ ਵੰਡਣ ਲਈ ਅਤੇ ਆਪਣਾ ਵੋਟ ਬੈਂਕ ਪੱਕਾ ਕਰਨ ਲਈ ਹਿੰਦੂ ਰਾਸ਼ਟਰ ਦਾ ਡਰਾਮਾ ਖੇਡਦੇ ਆ। ਅਯੁੱਧਿਆ ਦੇ ਮੰਦਰ ਦੀ ਲੜਾਈ 40 ਸਾਲ ਅਸੀਂ ਵਹਿੰਦੇ ਰਹੇ ਹਾਂ, ਲਮਕਾਈ ਜਾਂਦੀ ਰਹੀ, ਅਤੇ ਹੁਣ ਹਿੰਦੂ ਰਾਸ਼ਟਰ ਦਾ ਨਵਾਂ ਨਾਅਰਾ ਆ ਗਿਆ ਜਿਹੜਾ ਸੰਭਵ ਤੌਰ 'ਤੇ ਭਾਵੇਂ ਉੱਥੇ 80% ਹਿੰਦੂ ਵੀ ਹੋਣ, ਪੋਸੀਬਲ ਨਹੀਂ। ਅਤੇ ਜੇ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਤੁਰਦੀ ਆ ਅਤੇ ਫਿਰ ਖਾਲਿਸਤਾਨ ਸਮੇਤ ਬਹੁਤ ਸਾਰੇ ਹੋਰ ਲੋਕ ਸਿਰ ਚੁੱਕਣਗੇ ਜਿਹੜੇ ਆਪੋ ਆਪਣੇ ਰਾਸ਼ਟਰ ਦੀ ਗੱਲ ਕਰਨਗੇ। ਉਹ ਭਾਰਤ ਦੇ ਹਿੱਤ ਵਿੱਚ ਬਿਲਕੁਲ ਨਹੀਂ। ਇਹ ਭਾਰਤ ਦੀ ਲੀਡਰਸ਼ਿਪ ਨੂੰ ਵੀ ਸਮਝਣ ਦੀ ਲੋੜ ਆ, ਖਾਲਿਸਤਾਨੀਆਂ ਨੂੰ ਵੀ ਸਮਝਣ ਦੀ ਲੋੜ ਹੈ, ਅਤੇ ਕਿਸੇ ਹੋਰ ਜਿਹੜੇ ਸੈਪਰੇਟ ਮੂਵਮੈਂਟ ਚਲਾਉਂਦੇ ਭਾਵੇਂ ਉਹ ਕਸ਼ਮੀਰੀ ਵੀ ਨੇ, ਉਹਨਾਂ ਨੂੰ ਵੀ ਸਮਝਣ ਦੀ ਲੋੜ ਆ ਕਿ ਅੱਜ ਦਾ ਯੁੱਗ ਇਸ ਤਰ੍ਹਾਂ ਨਹੀਂ ਚੱਲਦਾ। ਸੋ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਅਗਲੇ ਹਫ਼ਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ। ਧੰਨਵਾਦ ਜੀ, ਬਹੁਤ 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 ਸ਼ੁਕਰੀਆ ਡਾਕਟਰ ਸਾਹਿਬ। ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ।